ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਮਾਝ ਮਹਲਾ ਤੀਜਾ। ਹਰਿ ਆਪੇ ਮੇਲੇ ਸੇਵ ਕਰਾਏ, ਗੁਰ ਕੈ ਸ਼ਬਦ ਭਾਉ ਦੂਜਾ ਜਾਏ। ਹਰਿ ਆਪੇ ਮੇਲੇ ਸੇਵ ਕਰਾਏ, ਗੁਰ ਕੈ ਸ਼ਬਦ ਭਾਉ ਦੂਜਾ ਜਾਏ। ਹਰ ਨਿਰਮਲ ਸਦਾ ਗੁਣ ਦਾਤਾ, ਹਰ ਗੁਣ ਮਹਿ ਆਪ ਸਮਾਵਣਿਆ। ਹਉ ਵਾਰੀ ਜਿਉ ਵਾਰੀ, ਸਚ ਸੱਚਾ ਹਿਰਦੈ ਵਸਾਵਣਿਆ। ਸੱਚਾ ਨਾਮ ਸਦਾ ਹੈ ਨਿਰਮਲ, ਗੁਰ ਸ਼ਬਦੀ ਮਨ ਵਸਾਵਣਿਆ। ਰਹਾਉ ਆਪੇ ਗੁਰ ਦਾਤਾ ਕਰਮ ਵਿਧਾਤਾ, ਸੇਵਕ ਸੇਵਹਿ ਗੁਰਮੁਖ ਹਰਿ ਜਾਤਾ। ਅੰਮ੍ਰਿਤ ਨਾਮ ਸਦਾ ਜਨ ਸੋਹੈ, ਗੁਰਮਤਿ ਹਰਿ ਰਸ ਪਾਵਣਿਆ। ਇਸ ਗੁਫਾ ਮਹਿ ਇਕ ਥਾਨ ਸੁਹਾਇਆ, ਪੂਰੈ ਗੁਰ ਹਉਮੈ ਭਰਮ ਚੁਕਾਇਆ। ਅਨ ਦਿਨ ਨਾਮ ਸਲਾਹਨ ਰੰਗ ਰਾਤੇ, ਗੁਰ ਕਿਰਪਾ ਤੇ ਪਾਵਣਿਆ। ਗੁਰ ਕੈ ਸ਼ਬਦ ਇਹ ਗੁਫਾ ਵਿਚਾਰੇ, ਨਾਮ ਨਿਰੰਜਨ ਅੰਤਰ ਵਸੈ ਮੁਰਾਰੇ। ਹਰ ਗੁਣ ਗਾਵੈ ਸ਼ਬਦ ਸੁਹਾਏ, ਮਿਲ ਪ੍ਰੀਤਮ ਸੁਖ ਪਾਵਣਿਆ। ਜਮ ਜਾਗਾਤੀ ਦੂਜੈ ਭਾਏ ਕਰ ਲਾਏ, ਨਾਵੋਂ ਭੂਲੇ ਦੇਹ ਸਜਾਏ। ਘੜੀ ਮੋਹਤ ਕਾ ਲੇਖਾ ਲੇਵੈ, ਰਤਿयों ਮਾਸਾ ਤੋਲ ਕਢਾਵਣਿਆ। ਪਈੜੈ ਪਿਰ ਚੇਤੇ ਨਾਹੀ, ਦੂਜੈ ਮੁੱਠੀ ਰੋਵੈ ਤਾਹੀ। ਖਰੀ ਕੁਆਲਿਓ ਕੁਰੂਪ ਕੁਲਖਣੀ, ਸੁਪਨੈ ਪਿਰ ਨਹੀਂ ਪਾਵਣਿਆ। ਪਈੜੈ ਪਿਰ ਮਨ ਵਸਾਇਆ, ਪੂਰੈ ਗੁਰ ਹਦੂਰ ਦਿਖਾਇਆ। ਕਾਮਣ ਪਿਰ ਰਾਖਿਆ ਕੰਠ ਲਾਏ, ਸ਼ਬਦੇ ਪਿਰ ਰਾਵੈ ਸੇਜ ਸੁਹਾਵਣਿਆ। ਆਪੇ ਦੇਵੈ ਸਦ ਭੁਲਾਏ, ਆਪਣਾ ਨਾਉ ਮਨ ਵਸਾਏ। ਨਾਨਕ ਨਾਮ ਮਿਲੈ ਵਡਿਆਈ, ਅਨ ਦਿਨ ਸਦਾ ਗੁਣ ਗਾਵਣਿਆ। ਆਪੇ ਦੇਵੈ ਸਦ ਭੁਲਾਏ, ਆਪਣਾ ਨਾਉ ਮਨ ਵਸਾਏ। ਨਾਨਕ ਨਾਮ ਮਿਲੈ ਵਡਿਆਈ, ਅਨ ਦਿਨ ਸਦਾ ਗੁਣ ਗਾਵਣਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ। ਗੁਰੂ ਪਾਤਸ਼ਾਹ ਜੀ ਦੀ ਅਪਰ ਅਪਾਰ ਅਜ਼ੀਮ ਬਖਸ਼ਿਸ਼। ਸ਼ਾਮ ਸਮੇਂ ਅਸੀਂ ਸਤਸੰਗਤ ਦਾ ਸਮਾਂ ਮਾਣ ਰਹੇ ਹਾਂ। ਆਪ ਅਜੇ ਹੁਣੇ ਗੁਰਬਾਣੀ ਸ਼ਬਦ ਸਰਵਨ ਕਰ ਰਹੇ ਸੀ, ਜੋ ਕਿ ਮਾਝ ਰਾਗ ਵਿੱਚ ਹੈ। ਗੁਰੂ ਅਮਰਦਾਸ ਸਾਹਿਬ ਦੁਆਰਾ ਇਹ
ਉਚਰਿਤ ਕੀਤਾ ਗਿਆ ਮੁਕਾਮੀ ਅਸ਼ਟਪਦੀਆਂ ਦਾ ਬਚਨ, ਜਿਹਦੀ ਤਕਰੀਰ ਵਿਚਾਰ ਪਿੱਛੋਂ ਲਗਾਤਾਰ ਕਰਦੇ ਆ ਰਹੇ ਹਾਂ ਅਸੀਂ। ਮੁਸਲਸਲ ਇਸ ਸ਼ਬਦ ਦਾ ਵਿਆਖਿਆਨ ਕਰਦੇ ਹਾਂ। ਅੱਜ ਅਸੀਂ 4 ਨੰਬਰ ਪਦੇ 'ਤੇ ਹਾਂ, ਜਿਹਦੀ ਵਿਚਾਰ ਅੱਜ ਅਸੀਂ ਕਰਾਂਗੇ। ਹਮੇਸ਼ਾ ਦੀ ਤਰ੍ਹਾਂ ਇੱਕ ਸਰਸਰੀ ਨਜ਼ਰ ਰਹਾਉ ਦੇ ਬੰਨ੍ਹ 'ਤੇ, ਜੋ ਕਿ ਸ਼ਬਦ ਦਾ ਮੁੱਖ ਸੁਨੇਹਾ ਕੈਰੀ ਕਰਦਾ ਹੈ। ਸਭ ਜ਼ਿਕਰ ਕਰਦੇ ਨੇ, ਹਉ ਵਾਰੀ ਜਿਉ ਵਾਰੀ ਸੱਚ ਸੱਚਾ ਹਿਰਦੈ ਵਸਾਵਣਿਆ। ਮੈਂ ਕੁਰਬਾਨ ਜਾਨਾ ਮੈਂ ਵਾਰਨੇ ਜਾਨਾ ਉਹਨਾਂ ਮਨੁੱਖਾਂ ਇਨਸਾਨਾਂ ਤੋਂ ਜਿਹੜੇ ਸੱਚ ਨੂੰ ਹਿਰਦੇ 'ਚ ਵਸਾ ਕੇ ਉਹਦੇ ਨਾਲ ਆਪਣੇ ਆਪ ਨੂੰ ਆਤਮਸਾਤ ਕਰਦੇ ਨੇ। ਹਾਲਾਂਕਿ ਇੱਕ ਬੜੀ ਯੂਨੀਵਰਸਲ ਤੇ ਬੜੀ ਬੋਲਡ ਸਿੰਪਲ ਸਟੇਟਮੈਂਟ ਆ ਸੱਚ ਦੇ ਨਾਲ ਸਾਂਝ ਪਾਉਣੀ, ਪਰ ਇਸ ਨੂੰ ਜਦੋਂ ਪ੍ਰੈਕਟੀਕਲ ਸਾਈਡ ਤੋਂ ਦੇਖਦੇ ਹਾਂ, ਸੱਚਿਆਰ ਹੋ ਜਾਣਾ, ਜਿਹੜੀ ਟਰੂਥਫੁਲਨੈਸ ਆ ਜੀਵਨ ਦੇ ਹਰ ਯਾਪਨ ਦੇ ਵਿੱਚ, ਹਰ ਪਲ ਦੇ ਵਿੱਚ, ਹਰ ਸਮੇਂ ਵਿੱਚ ਉਹ ਆ ਜਾਣੀ। ਉਸ ਜੋ ਇਨਸਾਨ ਉਹਦਾ ਧਾਰਨੀ ਹੋ ਗਿਆ ਹੈ, ਗੁਰੂ ਅਮਰਦਾਸ ਸਾਹਿਬ ਕਹਿੰਦੇ ਮੈਂ ਉਹਦੀ ਇੰਤਹਾ ਦਾ ਸਤਿਕਾਰ ਉਹਨੂੰ ਪੇਸ਼ ਕਰਦਾ, ਆਪਣਾ ਆਪਾ ਉਹਨੂੰ ਪੇਸ਼ ਕਰਦਾ ਹੈ। ਅਗਲਾ ਬਚਨ ਲਿਖਿਆ ਹੈ, ਸੱਚਾ ਨਾਮ ਸਦਾ ਹੈ ਨਿਰਮਲ ਗੁਰ ਸ਼ਬਦੀ ਮਨ ਵਸਾਵਣਿਆ। ਤੇ ਇਹੀ ਸੱਚਾ ਨਾਮ ਜਿਹੜੀ ਉਹਦੀ ਸੱਚੀ ਪਾਇਆ ਹੋਂਦ ਹੈ, ਜਿਸ ਹਿਰਦੇ 'ਚ ਇਹਦਾ ਵਿਸ਼ਵਾਸ ਮੌਜੂਦ ਹੈ ਕਿ ਅਕਾਲ ਪੁਰਖ ਵਾਹਿਗੁਰੂ ਕਾਇਮ ਦਾਇਮ ਆ, ਅੰਗ ਸੰਗ ਹੈ, ਆਲੇ ਦੁਆਲੇ ਆ, ਹਰ ਰੂਪ ਦੇ ਵਿੱਚ, ਤੇ ਮੈਲ ਰਹਿਤ ਜੀਵਨ ਮੇਰਾ ਨਿਸ਼ਾਨਾ ਆ। ਵਕਾਰ ਨਹੀਂ, ਜੀਵਨ ਗੁਣਾਤਮਕ ਪੱਖ ਤੋਂ ਉੱਚਿਆ ਕਰਨਾ ਆ। ਸਾਹਿਬ ਪਾਤਸ਼ਾਹ ਬਿਆਨ ਕਰਦੇ ਕਿ ਜੇ ਇਹੋ ਜਿਹੇ ਜੀਵਨ ਦੀ ਖਾਸ਼ ਪੈਦਾ ਹੋਏ, ਗੁਰ ਸ਼ਬਦੀ ਮਨ ਵਸਾਵਣਿਆ, ਇਹਦਾ ਸੋਰਸ ਗੁਰੂ ਕਾ ਸ਼ਬਦ ਈਜ਼ੀ ਹੈ। ਤੁਸੀਂ ਇਹਦੇ ਜ਼ਰੀਏ ਇਸ ਚੀਜ਼ ਨੂੰ ਆਪਣੇ ਮਨ ਵਿੱਚ ਵਸਾ ਸਕਦੇ ਹੋ, ਲਿਆ ਸਕਦੇ ਹੋ। ਇਹ ਰਹਾਉ ਦਾ ਬੰਦ ਹੈ। ਹੁਣ ਆ ਜਾਈਏ ਜੋ 4 ਨੰਬਰ ਬੰਦ ਹੈ। ਸਾਹਿਬ ਬਿਆਨ ਕਰਦੇ ਕਿ ਗੁਰ ਕੈ ਸ਼ਬਦ ਇਹ ਗੁਫਾ ਵਿਚਾਰੇ, ਨਾਮ ਨਿਰੰਜਨ ਅੰਤਰ ਵਸੈ ਮੁਰਾਰੇ। ਬੀਤੇ ਕੱਲ ਅਸੀਂ ਵਿਚਾਰੇ ਸੀ, ਇਸ ਗੁਫਾ ਮੈਂ ਇੱਕ ਥਾਨ ਸੁਹਾਇਆ, ਪੂਰਾ ਗੁਰ ਹਉ ਮੈਂ ਭਰਮ ਚੁਕਾਇਆ। ਜਿਹੜੀ ਇਹ ਗੁਫਾ ਆ, ਜਿਹੜੀ ਹਿਊਮਨ ਲਾਈਫ ਕਹਿ ਲਓ, ਇਹਦੀ ਵਿੱਚ ਥਾਨ ਸੁਹਾਇਆ, ਜਿੰਨੀ ਕੁ ਸਾਡੇ ਅੰਦਰ ਅਵੇਅਰਨੈਸ ਆ, ਸੁਰਤੀ ਆ ਸਾਡੀ, ਉਸ ਸੁਰਤੀ ਦੇ ਵਿੱਚ, ਬਾਕੀ ਤੇ ਉਹਦੇ ਤੋਂ ਬਿਨਾਂ ਤੇ ਕੁਛ ਵੀ ਨਹੀਂ। ਸਾਡੀ ਬਾਡੀ ਦਾ ਹਰ ਸੈੱਲ ਉਸ ਐਗਜ਼ਿਸਟੈਂਸ ਨੂੰ ਕੈਰੀ ਕਰਦਾ, ਜੋ ਓਂਕਾਰ ਹੈ, ਜੋ ਜ਼ਰਰੇ ਜ਼ਰਰੇ 'ਚ ਵਿਰਾਜਤ ਹੈ, ਗੋਡਲੀ ਪਾਰਟੀਕਲ ਜਿਹਨਾਂ ਨੂੰ ਕਿਹਾ ਜਾਂਦਾ ਇਹਦੀ ਸਾਇੰਟੀਫਿਕ ਲੈਂਗੁਏਜ ਵਿੱਚ। ਹਰ ਰੇਸ਼ਾ, ਈਵਨ ਹਵਾ ਦਾ ਹਰ ਜਿਹੜਾ ਕੰਪੋਨੈਂਟ ਸਾਨੂੰ ਜ਼ਿੰਦਗੀ ਦੇ ਰਿਹਾ ਹੈਗਾ, ਉਹਦੇ ਵਿੱਚ ਵੀ ਤੇ ਉਹੀ ਹੈ। ਅੰਦਰ ਬਾਹਰ ਹਰ ਜਗ੍ਹਾ ਤੇ ਉਹਦੀ ਮੌਜੂਦਗੀ ਹੈ। ਜਿੱਥੇ ਜਿੰਨੀ ਕੁ ਸਾਨੂੰ ਅਵੇਅਰਨੈਸ ਹੈ, ਸੁਰਤ ਆ, ਜਿਹਦੇ 'ਚ ਅਸੀਂ ਆਪਣੀ ਹੋਂਦ ਤੇ ਆਲੇ ਦੁਆਲੇ ਨੂੰ ਜਿਵੇਂ ਅਸੀਂ ਪਹਿਚਾਣਦੇ ਹਾਂ, ਉਹਦੇ 'ਚੋਂ ਮਾਈਨਸ ਹੈ, ਉੱਥੇ ਨਹੀਂ ਹੈਗਾ। ਜਿਹਨੂੰ ਉੱਥੇ ਆ ਗਿਆ, ਇਸ ਗੁਫਾ ਅੰਦਰ ਇੱਕ ਥਾਨ ਸੁਹਾਇਆ, ਉਹ ਥਾਂ, ਉਹ ਸੁਰਤ, ਉਹ ਜਿਹੜੀ ਪੋਟਲੀ ਹੈ ਜਿਹਦੇ 'ਚ ਉਹ ਅਵੇਅਰਨੈਸ ਪਈ ਹੈ, ਉਹ ਉਸ ਵਿੱਚ ਸ਼ੋਭਨੀਕ ਹੋ ਗਈ। ਇੱਥੇ ਅਸੀਂ ਬੀਤੇ ਕੱਲ ਵਿਚਾਰ ਕਰ ਰਹੇ ਸੀਗੇ। ਹੁਣ ਆ ਜੀ ਅੱਜ ਦੇ ਪਤੇ ਤੇ, ਕਿਉਂਕਿ ਗੁਰ ਕੈ ਸ਼ਬਦ ਇਹ ਗੁਫਾ ਵਿਚਾਰੇ। ਆਪ ਜੇਕਰ ਅੱਜ ਦੇ ਮਾਡਰਨ ਪੀਰੀਅਡ ਦੇ ਵਿੱਚ ਜਾਂ ਡੇ ਟੂ ਡੇ ਲਾਈਫ ਦੇ ਵਿੱਚ ਥੋੜ੍ਹਾ ਬਹੁਤਾ ਇਸ ਵੈਸਟਰਨ ਵਰਲਡ ਦੇ ਵਿੱਚ, ਅਮਰੀਕਨਾਈਜ਼ ਵਰਲਡ ਦੇ ਵਿੱਚ ਇਨਵੋਲਵ ਹੋਵੋਗੇ, ਅਤੇ ਤੁਹਾਨੂੰ ਪਤਾ ਹੋਏਗਾ ਅੱਜ ਕੱਲ੍ਹ ਹਰ ਇੱਕ, ਭਾਵੇਂ ਕਾਰਪੋਰੇਸ਼ਨ ਦੀਆਂ ਜੌਬਸ ਨੇ, ਕਾਰਪੋਰੇਟ ਵਰਲਡ ਦੇ ਰਿਹਾ ਤੁਹਾਨੂੰ, ਜਾਂ ਤੁਸੀਂ ਕਿਸੇ ਹੋਰ ਗੌਰਮੈਂਟ ਅਦਾਰੇ ਨਾਲ, ਐਨੀ ਕਾਈਂਡ ਆਫ ਜਿਹੜਾ ਜੋਬ ਕਲਚਰ ਹੈ ਸਾਰਾ ਦਾ ਸਾਰਾ, ਉਹਦੇ ਵਿੱਚ ਜਿਹੜੀ ਸਾਡੀ ਵੈਲ ਬੀਇੰਗ ਆ, ਇਹਦੇ ਬੜੇ ਪ੍ਰੋਗਰਾਮ ਕਰਾਏ ਜਾਂਦੇ ਨੇ। ਕਿਉਂਕਿ ਇਹ ਗੱਲ ਮੰਨੀ ਜਾਂਦੀ ਹੈ ਕਿ ਜੇ ਸਾਡੀ ਜਿਹੜੇ ਸਾਡੇ ਵਰਕ ਫੋਰਸ ਆ, ਹਿਊਮਨ ਰਿਸੋਰਸਿਸ ਨੇ, ਜੇ ਹੈਲਦੀ ਰਹਿਣਗੇ ਮੈਂਟਲੀ, ਫਿਜ਼ੀਕਲੀ, ਸਾਡੀ ਵਰਕ ਐਬਿਲਿਟੀ ਵਧੀਆ ਰਹੇਗੀ, ਪ੍ਰੋਡਕਸ਼ਨ ਵਧੀਆ ਹੋਏਗੀ ਹਰ ਲੈਵਲ 'ਤੇ। ਇਹਦੇ 'ਚ ਬਹੁਤ ਸਾਰੇ ਡਿਫਰੈਂਟ ਜਿਹੜੇ ਨੇ ਸਕਾਲਰਸ ਦੇ ਲੈਕਚਰ ਵੀ ਹੁੰਦੇ ਨੇ। ਉਹਦੇ ਅੰਦਰ ਜਿਹੜਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਲੋਕਾਂ ਨੂੰ ਮੋਟੀਵੇਸ਼ਨਲ ਸਾਈਡ ਤੋਂ ਵੀ ਲਿਆਂਦਾ ਜਾਂਦਾ ਆ। ਈਵਨ ਫਿਜ਼ੀਕਲ ਐਕਸਰਸਾਈਜ਼ ਵਾਸਤੇ ਕੁਝ ਇਨਸੈਂਟਿਵ ਦਿੱਤੇ ਜਾਂਦੇ ਨੇ। ਤੁਸੀਂ ਸਭ ਬਾਰੇ ਵਾਕਫੀਅਤ ਰੱਖਦੇ ਹੋਵੋਗੇ।
ਇਹਦੇ ਵਿੱਚ ਇੱਕ ਵੱਡੇ ਲੈਵਲ ਤੇ ਚੀਜ਼ ਜਿਹੜੀ ਲਿਆਂਦੀ ਜਾਂਦੀ ਹੁੰਦੀ ਮੈਡੀਟੇਸ਼ਨ ਤੇ ਮਾਈਂਡਫੁਲਨੈਸ। ਇੱਥੇ ਇੱਕ ਇਸ ਕਲਚਰ ਦਾ ਇੱਕ ਪੂਰਾ ਪਾਰਟ ਬਣ ਚੱਲਾ ਹੈ ਇਹ ਸਾਰਾ। ਤੇ ਜਿਹੜੀ ਇਹ ਬਹੁਤ ਹੀ ਐਕਸਰਸਾਈਜ਼ ਹੈਗੀ ਏ, ਇਹ ਆਈਦਰ ਬੁੱਧਿਸਟ ਕਲਚਰ ਚੋਂ ਆ ਰਹੀ ਹੈ ਜਾਂ ਵੈਦਿਕ ਕਨਸੈਪਟ ਵਿੱਚੋਂ ਆ ਰਹੀ ਹੈ, ਕਿਉਂਕਿ ਇਹ ਜਿਹੜਾ ਕ੍ਰਿਸਚੈਨਿਟੀ ਦਾ ਜਿਹੜੇ ਮਿਡਲ ਈਸਟ ਚੋਂ ਆਏ ਹੋਏ ਸਕੂਲ ਨੇ ਉਹਦਾ ਇਹ ਹਿੱਸਾ ਨਹੀਂ ਹੈਗਾ। ਇਹ ਸਾਰਾ ਉਸ ਪਾਸਿਓਂ ਆ ਰਿਹਾ ਹੈਗਾ। ਹਕੀਕਤ ਇਹ ਵੀ ਹੈ ਕਿ ਇਹਦੇ ਬਾਰੇ ਕਿਤੇ ਇੱਕ ਐਂਸ਼ੀਐਂਟ ਹੋਣ ਕਰਕੇ, ਬਹੁਤ ਪੁਰਾਣਾ ਹੋਣ ਕਰਕੇ ਵੀ ਇਹ ਅਸੀਂ ਇਹਦੇ 'ਚ ਬੜੀ ਗਲੋਰੀ ਹੋਏਗੀ, ਇਹ ਚੀਜ਼ਾਂ ਨੇ। ਦੂਸਰਾ ਕੁਝ ਤੇ ਬੈਨੀਫਿਟਸ ਵੀ ਨੇ ਜਿਹੜੇ ਜ਼ਾਹਿਰਾ ਤੌਰ ਤੇ, ਜਿਹੜੇ ਬਿਲਕੁਲ ਇਨੀਸ਼ੀਅਲ ਸਟੇਜ ਤੇ ਦਿਸਦੇ ਨੇ ਬੰਦਿਆਂ ਨੂੰ। ਐਟਲੀਸਟ ਉਹਨਾਂ ਨੂੰ ਕੁਝ ਬੈਠਣ ਦੀ ਜਾਚ ਆ ਜਾਂਦੀ ਹੈ, ਕੁਝ ਕਾਮਨੈਸ ਆਉਂਦੀ ਹੈ, ਕੁਝ ਸਟੇਬਿਲਿਟੀ ਨਜ਼ਰ ਪੈਂਦੀ ਹੈ, ਫਿਰ ਉਹਦੇ ਹੋਰ ਬਹੁਤ ਸਾਰੇ ਬੈਨੀਫਿਟਸ ਉਸ ਲੈਵਲ ਤੇ ਆ ਜਾਂਦੇ ਨੇ। ਪਰ ਜਦੋਂ ਅਸੀਂ ਗੁਰਬਾਣੀ ਨੂੰ ਪੜ੍ਹਦੇ ਹਾਂ, ਗੁਰਬਾਣੀ ਐਕਚੁਅਲੀ ਇਸ ਤੋਂ ਨੈਕਸਟ ਜਿਹੜਾ ਹੈਗਾ ਉਹ ਵੱਡਾ ਐਵੀਨਿਊ, ਵੱਡਾ ਦਰਵਾਜ਼ਾ ਖੋਲ ਦਿੰਦੀ ਹੈ। ਹੁਣ ਇਹਦੇ 'ਚ ਮੈਂ ਤੁਹਾਨੂੰ ਸਿੰਪਲ ਬਾਤ ਕਰਦਾ, ਜਿਹੜਾ ਸ਼ਬਦ ਹੈ ਨਾ ਗੁਰ ਕੈ ਸ਼ਬਦ, ਇਹ ਗੁਫਾ ਵਿਚਾਰੇ, ਇਹ ਗੁਫਾ ਵਿਚਾਰੇ, ਉਸ ਗੁਫਾ ਦੀ ਗੱਲ ਹੋ ਰਹੀ ਹੈ ਜਿਹੜਾ ਮੈਂ ਮਾਈਂਡ ਦੀ ਗੱਲ ਕਰ ਰਿਹਾ ਸੀ ਬੀਤੇ ਕੱਲ। ਉਹ ਗੁਫਾ ਦੇ ਵਿੱਚ ਇੱਕ ਥਾਨ ਸੁਹਾਇਆ। ਅਵੇਅਰਨੈਸ ਤੇ ਬੜੀ ਥੋੜੀ ਜਿਹੀ ਚੀਜ਼ ਹੈ, ਬਾਕੀ ਸਾਰੀ ਗੁਫਾ ਤੇ ਸਾਡੇ ਵਾਸਤੇ ਸਾਡਾ ਸਾਰਾ ਜਿਹੜਾ ਮਾਈਂਡ ਆ ਉਹ ਤੇ ਇੱਕ ਸਾਡੇ ਲਈ ਤੇ ਏਡੀ ਵੱਡੀ ਦੁਨੀਆ ਆ, ਬਾਹਰ ਦੀ ਦੁਨੀਆ ਦੀ ਲੋੜ ਹੀ ਨਹੀਂ। ਸਕਦੇ ਆਪਣੇ ਮਾਈਂਡ 'ਚ ਜੇ ਲੋਸਟ ਹੋ ਜਾਈਏ ਤੇ ਉਹੀ ਸਾਡੇ ਲੱਭਣਾ ਬੜਾ ਮੁਸ਼ਕਿਲ ਹੈ ਐਕਚੁਅਲੀ ਹੈ ਕੀ, ਉਹ ਬਲਾ ਕੀ ਹੈ। ਖੈਰ, ਇਹਦੇ ਬਾਬਤ ਜਿਵੇਂ ਉਹ ਵਿਪਾਸਨਾ ਮੈਡੀਟੇਸ਼ਨ ਤੇ ਹੋਰ ਇਹੋ ਜਿਹੇ ਮੈਡੀਟੇਸ਼ਨ ਦੇ ਡਿਫਰੈਂਟ ਉਹਨਾਂ ਦੇ ਹੈਗੇ ਨੇ ਐਵੀਨਿਊਜ਼, ਜਾਂ ਉਹਨਾਂ ਦੇ ਇੱਕ ਤਰ੍ਹਾਂ ਦੇ ਨਾਲ ਸਕੂਲਸ। ਉਹਨਾਂ 'ਚੋਂ ਕਹਿੰਦੇ ਨੇ ਬਰੀਥਿੰਗ ਐਕਸਰਸਾਈਜ਼ ਕਰੋ, ਫੋਕਸ ਕਰੋ ਆਪਣੇ ਬ੍ਰੈਥ ਦੇ ਉੱਤੇ ਇਸ ਤਰੀਕੇ ਦੇ ਨਾਲ। ਐਕਚੁਅਲ ਡੀਪ ਲੈਵਲ ਤੇ ਉਹਦੀ ਗੱਲ ਇਤਨੀ ਹੁੰਦੀ ਹੈ ਕਿ ਆਪਣੇ ਥਾਟਸ ਨੂੰ ਓਬਜ਼ਰਵ ਕਰੋ। ਇਹਦੇ ਨਾਲ ਸਪੋਜ਼ ਤੁਸੀਂ ਕੋਈ ਗੱਲ ਕਰਦੇ ਹੋ, ਮਤਲਬ ਮੈਂ ਕਿਸੇ ਨੂੰ ਗੱਲ ਕਹਿਣਾ ਕਿ ਉਹ ਮੇਰਾ ਜੀ ਕਰਦਾ ਮੈਂ ਤੇ ਨਾ ਕੰਮ ਹੀ ਜੋਬ ਹੀ ਛੱਡ ਦਿਆਂ। ਜੇ ਕੋਈ ਮੇਰਾ ਵੈਲ ਵਿਸ਼ਰ ਆ, ਜੇ ਕੋਈ ਸਿਆਣਾ ਆ, ਮੈਨੂੰ ਜਾਣਦਾ, ਮੇਰੀਆਂ ਲੋੜਾਂ ਨੂੰ ਜਾਣਦਾ, ਉਹ ਰਾਈਟ ਵੇ ਕਹੇਗਾ ਐਕਚੁਅਲੀ ਤੇ ਜਿਹੜਾ ਥਾਟ ਆ ਛੱਡ ਦੇ, ਜੋਬ ਛੱਡਿਆ ਕੰਮ ਨਹੀਂ ਚੱਲਣਾ ਤੇਰਾ, ਘਰ ਦੀ ਮੌਰਗੇਜ ਕਿਵੇਂ ਉਤਾਰੇਗਾ, ਹੋਰ ਜੋਬ ਲੱਭਣੀ ਨਹੀਂ ਤੈਨੂੰ। ਉਹ ਇਸ ਤਰੀਕੇ ਨਾਲ ਐਕਚੁਅਲੀ ਕੀ ਹੈ ਕਿ ਮੈਨੂੰ ਕੋਈ, ਮੈਂ ਕਿਸੇ ਤੋਂ ਕੰਸਲਟ ਉਸ ਤਰੀਕੇ ਨਾਲ ਕਰਨ ਵਾਸਤੇ ਆਪਣੇ ਆਪ ਨੂੰ ਆਊਟ ਲਾਊਡ ਬੋਲ ਰਿਹਾ, ਦੱਸ ਰਿਹਾ ਉਹਨੂੰ, ਉਹ ਮੈਨੂੰ ਅੱਗੋਂ ਉਸ ਤਰੀਕੇ ਨਾਲ ਕਰ ਰਿਹਾ। ਪਰ ਬਹੁਤ ਸਾਰੀਆਂ ਐਸੀਆਂ ਗੱਲਾਂ ਨੇ, ਐਸੇ ਸਾਡੇ ਅੰਦਰ ਚੀਜ਼ਾਂ ਨੇ ਜਿਹੜੀਆਂ ਜਾਂ ਤਾਂ ਅਸੀਂ ਬੋਲ ਹੀ ਨਹੀਂ ਸਕਦੇ, ਕਿਸੇ ਨੂੰ ਦੱਸ ਹੀ ਨਹੀਂ ਸਕਦੇ। ਤੇ ਜੇ ਬੋਲਣਾ ਦੱਸਣਾ ਤੇ ਇੱਕ ਪਾਸੇ ਰਿਹਾ ਵੀ ਉਹਦੇ ਨਾਲ ਐਂਬੈਰਸਮੈਂਟ ਫੀਲ ਹੋਏਗੀ ਜਾਂ ਕੁਝ ਹੋਰ ਸਾਡੇ ਬਾਰੇ ਲੋਕੀ ਜੱਜ ਕਰਨਗੇ। ਕਈ ਵਾਰ ਬੰਦੇ ਨੂੰ ਕਹਿਣਾ ਵੀ ਨਹੀਂ ਆਉਂਦਾ, ਵੀ ਡੋਂਟ ਨੋ ਹਾਊ ਟੂ ਪੁੱਟ ਇਨ ਵਰਡਸ। ਫਿਰ ਕੀ ਕੀਤਾ ਜਾਏ? ਫਿਰ ਉਹ ਕਹਿੰਦੇ ਓਬਜ਼ਰਵ ਕਰੋ। ਐਕਚੁਅਲੀ ਤੁਸੀਂ ਆਪਣੇ ਆਪ ਨੂੰ ਆਪਣੇ ਉਹਨਾਂ ਥਾਟਸ ਤੋਂ ਥੋੜਾ ਜੁਦਾ ਕਰਕੇ ਵੇਖੋ ਚੱਲ ਕੀ ਰਿਹਾ। ਇਹ ਕੋਈ ਛੋਟੀ ਐਕਸਰਸਾਈਜ਼ ਨਹੀਂ, ਬੜੀ ਵਧੀਆ ਐਕਸਰਸਾਈਜ਼ ਹੈ, ਨੋ ਡਾਊਟ। ਜਿਹੜਾ ਜਿਹਨੂੰ ਕਹਿੰਦੇ ਨੇ ਸਾਇਲੈਂਟ ਪ੍ਰੈਕਟਿਸਿੰਗ, ਇਹ ਹੈ। ਪਰ ਐਂਡ ਆਫ ਦਾ ਡੇ ਜੇ ਕੱਲੀ ਇਹਨੂੰ ਹੀ ਕਰੀ ਜਾਵਾਂਗੇ, ਜਿਹਨੂੰ ਗੁਰੂ ਸਾਹਿਬ ਨੇ ਕਿਹਾ ਸੀ ਚੁੱਪ ਹੈ ਚੁੱਪ ਨਾ ਹੋ ਬਈ, ਜੇ ਲਾਏ ਰਹਾਂ ਲਿਵਤਾਰ, ਮੌਨ ਧਾਰੀ ਹੋ ਕੇ ਬੈਠਾ ਰਹੋ ਸਾਰੀ ਉਮਰ। ਜਿਹੜੀ ਐਕਚੁਅਲ ਲੈਵਲ ਤੇ ਚੀਜ਼ ਹੈ ਉਹ ਚਾਹੀਦੀ ਹੈ ਕਿ ਇਸ ਚੀਜ਼ ਦਾ ਇਲਾਜ ਕੀ ਹੋਏਗਾ, ਇਹਨੂੰ ਰਿਪਲੇਸ ਕਿਵੇਂ ਕਰਾਂਗਾ, ਆਖਰਕਾਰ ਇਹ ਬਦਲੇਗੀ ਕਿਵੇਂ। ਇਹਦੇ ਤੇ ਫਿਰ ਗੁਰੂ ਸਾਹਿਬ ਨੇ ਕਿਹਾ ਸੀਗਾ ਸ਼ਬਦ ਨੂੰ ਲੈ ਕੇ ਆ, ਸ਼ਬਦ ਤੇਰੀ ਆਸਥਾ ਦਾ ਕੇਂਦਰ ਬਣੇ। ਆ ਬਚਨ ਹੈ ਗੁਰ ਕੈ ਸ਼ਬਦ ਇਹ ਗੁਫਾ ਵਿਚਾਰੇ। ਉਸੇ ਜਪਜੀ ਸਾਹਿਬ ਦੇ ਵਿੱਚ ਜਿਹਦੇ ਚ ਬਾਬਾ ਨਾਨਕ ਜਿਹਨੂੰ ਅਸੀਂ ਇਹ ਪੜ੍ਹ ਰਹੇ ਹਾਂ, ਚੁੱਪੈ ਚੁੱਪ ਨਾ ਹੋਵੇ ਜੇ ਲਾਏ ਰਹਾਂ ਲਿਵਤਾਰ, ਉਹਦੇ ਚ ਹੀ ਬਾਬਾ ਨਾਨਕ ਜੀ ਅੱਗੇ ਜਾ ਕੇ ਬਾਤ ਕਰਦੇ, ਉਹ ਬੰਦੇ ਤੂੰ ਕਰਨਾ ਕੀ ਹੈ, ਆ ਸੁਣ। ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ। ਤੂੰ ਨਾ ਚੜ੍ਹਦੀ ਸਵੇਰ, ਅਰਲੀ ਮਾਰਨਿੰਗ, ਸੱਚ ਨਾਉ, ਸੱਚ ਦੇ ਨਾਮ ਨਾਲ ਜੁੜਨਾ ਆ। ਬਾਬਾ ਜੀ ਕੰਪਲੈਕਸਿਟੀ ਤੇ ਉੱਥੇ ਮੌਜੂਦ ਆ। ਸੱਚ ਨਾਮ ਕੀ ਹੈ ਮੇਰੇ ਵਾਸਤੇ? ਵਡਿਆਈ ਵਿਚਾਰ।
ਆਪਣੇ ਤੋਂ ਬਹੁਤ ਵੱਡੇ ਦੀਆਂ ਵਿਚਾਰਾਂ ਕਰ। ਇਹ ਹੈ ਜਿਹੜੇ ਖਿਆਲ ਨੇ, ਵਿਚਾਰ ਨੇ, ਇਹ ਤੁਹਾਡੇ ਸੋਚ ਮੰਡਲ ਨੂੰ, ਤੁਹਾਡੇ ਥਾਟ ਪ੍ਰੋਸੈਸ ਨੂੰ ਬਦਲਣਗੇ। ਬੰਦਾ ਤਾਂ ਹੀ ਬਦਲਦਾ ਆ, ਅਦਰਵਾਈਜ਼ ਬੰਦੇ ਦੇ ਬਦਲਣ ਦੀ ਕੋਈ ਕੰਡੀਸ਼ਨ ਨਹੀਂ ਹੈ। ਜੇ ਮੈਨੂੰ ਸਰਲ ਐਗਜ਼ਾਮਪਲ ਕਰਦਾ ਆ ਸਾਡੇ ਸਿਰਾਂ ਤੇ ਪੱਖੇ ਲੱਗੇ ਨੇ, ਮੈਂ ਕਈ ਵਾਰ ਐਗਜ਼ਾਮਪਲ ਕਰਦਾ, ਇਹਨੂੰ ਚਲਾਉਣ ਦਾ ਦੋ ਤਰੀਕੇ ਨੇ। ਇੱਕ ਤੇ ਚਲਾਉਣ ਦਾ ਤਰੀਕਾ ਇਹ ਹੈ, ਇੱਕ ਡੰਡਾ ਫੜੋ ਹੱਥ 'ਚ ਤੇ ਇਹਦੇ ਇੱਕ ਪਰ ਨਾਲ ਲਗਾਓ ਤੇ ਇਹਨੂੰ ਘੁਮਾਉਣਾ ਸ਼ੁਰੂ ਕਰ ਦਿਓ, ਘੁੰਮੇਗਾ, ਪਰ ਹਵਾ ਬਹੁਤੀ ਨਹੀਂ ਆਏਗੀ। ਤੇ ਇਹ ਵੀ ਸੱਚਾਈ ਹੈ, ਲੰਬਾ ਸਮਾਂ ਚਲਾ ਵੀ ਨਹੀਂ ਸਕੋਗੇ, ਥੱਕ ਜਾਓਗੇ। ਕਿੰਨਾ ਸਮਾਂ ਚਲਾਓਗੇ? ਅਲਟੀਮੇਟਲੀ ਜਦੋਂ ਥੱਕ ਜਾਓਗੇ ਫਿਰ ਛੱਡ ਦਿਓਗੇ। ਇੱਕ ਤਰੀਕਾ ਹੋਰ ਵੀ ਇਸ ਪੱਖੇ ਨੂੰ ਚਲਾਉਣ ਦਾ, ਉਹ ਇਹ ਹੈ ਕਿ ਜਿਹੜੀ ਇਲੈਕਟ੍ਰਿਕ ਐਨਰਜੀ ਹੈ ਉਹ ਇਹਦੇ ਵਿੱਚ ਆਏ, ਉਹ ਮੋਸ਼ਨ ਐਨਰਜੀ 'ਚ ਕਨਵਰਟ ਹੋ ਜਾਏ ਮੋਟਰ ਦੀ ਮਦਦ ਦੇ ਨਾਲ, ਫਿਰ ਇਹ ਬੜੀ ਸਪੀਡ ਨਾਲ ਚੱਲੇਗਾ ਤੇ ਫਿਰ ਹਵਾ ਵੀ ਦੇਵੇਗਾ। ਐਕਚੁਅਲੀ ਜੇ ਬਾਹਰੋਂ ਤੁਸੀਂ ਆਪਣੇ ਆਪ ਨੂੰ ਕਹੋਗੇ ਥੋੜ੍ਹਾ ਬਹੁਤਾ ਬਦਲਣਾ, ਸੋਸਾਇਟੀ ਦੇ ਆਖੇ ਲੱਗ ਕੇ, ਪਰਿਵਾਰ ਦੇ ਆਖੇ ਲੱਗ ਕੇ, ਕੁਝ ਲੀਗਲ ਸਿਸਟਮ ਕਰਕੇ, ਕੁਝ ਇਹ ਸਾਰੀਆਂ ਬੰਦਸ਼ਾਂ ਜੀਆਂ ਦੇ ਵਿੱਚ ਲੰਬਾ ਸਮਾਂ ਨਹੀਂ ਚੱਲ ਸਕੇਗਾ। ਅਲਟੀਮੇਟਲੀ ਹੋਏਗਾ ਕਿ ਥੱਕ ਜਾਏਗਾ ਬੰਦਾ। ਇਹੋ ਜਿਹੇ ਟਾਇਰਡ ਹੋਏ ਲੋਕ ਤੁਸੀਂ ਰੋਜ਼ ਵੇਖਦੇ ਹੋ। ਜਿਹੜੇ ਲੋਕ ਡੋਮੈਸਟਿਕ ਵਾਇਲੈਂਸ ਕਰਦੇ ਨੇ ਕਿ ਉਹਨਾਂ ਨੂੰ ਪਤਾ ਨਹੀਂ ਕਿ ਲੀਗਲੀ ਕਿੱਡੀ ਵੱਡੀ ਮੈਸ ਕ੍ਰੀਏਟ ਹੋ ਜਾਏਗੀ। ਜਿਹੜੇ ਲੋਕ ਰੋਜ਼ ਜਾਂ ਵੀਕਲੀ ਜਾਂ ਮੰਥਲੀ ਬੇਸਿਸ ਤੇ ਆਪਣੇ LCBO ਦਾ ਬਿੱਲ ਦੇਖਦੇ ਨੇ, ਉਹਨਾਂ ਨੂੰ ਪਤਾ ਨਹੀਂਗਾ ਵੀ ਕਿੰਨਾ ਐਥਨਲ ਕੈਮੀਕਲ ਬਾਡੀ 'ਚ ਪਾ ਰਹੇ ਆ। ਇਹਦਾ ਐਂਡ ਰਿਜ਼ਲਟ ਕੀ ਹੈ? ਸਵਾਏ ਫੈਟੀ ਲੀਵਰ ਤੋਂ ਹੋਰ ਕੁਝ ਵੀ ਨਹੀਂਗਾ। ਜਿਹੜੇ ਲੋਕ ਸਟਰੀਟ ਦੇ ਉੱਤੇ ਜਾ ਕੇ ਇਲਿਸਿਟ ਡਰੱਗਸ ਲੱਭ ਰਹੇ ਨੇ, ਉਹਨਾਂ ਨੂੰ ਪਤਾ ਨਹੀਂ ਵੀ ਕਿੱਡੀ ਇਲੀਗਲ ਵੱਡੀ ਐਕਟੀਵਿਟੀ, ਫੜੇ ਗਏ ਸਿੱਧਾ ਚਾਰਜਸ ਲੱਗਣਗੇ। ਪਰ ਆਖਰਕਾਰ ਕੰਟਰੋਲ ਗਵਾਚ ਗਿਆ। ਜਿਹੜੀ ਅੰਦਰ ਦੀ ਉਹ ਹਾਲਤ ਸੀਗੀ ਉਹਨੇ ਇੰਪਲਸਿਵ ਲੈ ਆਂਦਾ, ਉਸ ਲੈਵਲ ਤੇ ਲੈ ਆਂਦਾ। ਹੁਣ that person not able to control। ਡੰਡੇ ਨਾਲ ਚਲਾ ਰਿਹਾ ਸੀ ਹੁਣ ਤੱਕ, ਹੁਣ ਚੱਲਣਾ ਬੰਦ ਹੋ ਗਿਆ। ਇਹਦੇ ਮੁਕਾਬਲਤਨ ਫਿਰ ਅੰਦਰੋਂ ਕੁਝ ਬਦਲਿਆ ਜਾਏ, ਜਿਹੜੀ ਅਸਲ ਜਿਹਨੂੰ ਅਸੀਂ ਰੀਅਲ ਟਰਾਂਸਫਰਮੇਸ਼ਨ ਕਹਿੰਦੇ ਆ, ਤਬਦੀਲੀ ਇਹ ਹੈ। ਤੇ ਇਹਦਾ ਅੱਜ ਦੀ ਦੁਨੀਆ 'ਚ ਇਹਨੂੰ ਥੈਰੇਪੀਜ਼ ਕਹਿ ਦਿੱਤਾ ਜਾਂਦਾ ਹੈ, ਇਹਨੂੰ ਟਰੀਟਮੈਂਟਸ ਕਹਿ ਦਿੱਤਾ ਜਾਂਦਾ, ਮੈਂਟਲ ਹੈਲਥ ਟਰੀਟਮੈਂਟ। ਇਹਨੂੰ ਅੱਜ ਦੀ ਦੁਨੀਆ ਦੇ ਵਿੱਚ ਲੋਕੀ ਵੱਖਰੇ ਵੱਖਰੇ ਨਾਂ ਲੈ ਦਿੰਦੇ ਨੇ, ਜਾਂ ਕਿਤੇ ਸਪਿਰਿਚੁਅਲ ਕੰਪੋਨੈਂਟਸ ਦੇ ਵਿੱਚ ਲੈ ਆਉਂਦਾ ਹੈ। ਗੁਰਬਾਣੀ ਇਹਨੂੰ ਕਹਿੰਦੀ ਏ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਇਹ ਵਿਚਾਰ ਹੈ ਤੇਰੇ ਆਪਣੇ ਆਪ ਦੇ ਨਾਲ। ਤੂੰ ਵੱਡੇ ਦੀਆਂ ਵਿਚਾਰਾਂ, ਅਲਾਹੀ ਦੀਆਂ, ਅਗੰਮੀ ਦੀਆਂ, ਉਹਦੀਆਂ ਵਿਚਾਰਾਂ ਨੂੰ ਲਗਾਤਾਰ। ਤੁਸੀਂ ਇੱਕ ਚੀਜ਼ ਇਹ ਵੀ ਦੇਖੋ, ਜਿਵੇਂ ਮਨ ਦੀ ਦੁਨੀਆ ਜਿਹੜੀ ਹੈ ਨਾ, ਐਕਚੁਅਲੀ ਧਿਆਨ ਨਾਲ ਚੱਲਦੀ ਹੈ। ਤੁਸੀਂ ਧਿਆਨ ਡਾਈਵਰਟ ਕਰ ਦਿਓ, ਬੱਚਾ ਛੋਟਾ ਜਿਹਾ ਉਹ ਜਿੱਦ ਕਰੀ ਜਾਂਦਾ ਹੈ। ਮਾਪਿਆਂ ਦੀ ਜੌਬ ਐਕਚੁਅਲ ਲੈਵਲ ਤੇ ਬੱਚਿਆਂ ਦਾ ਧਿਆਨ ਵਟਾਣਾ ਹੁੰਦੀ ਹੈ। ਉਹ ਕਹਿੰਦਾ ਮੈਂ ਟੀਵੀ ਦੇਖਣਾ, ਤੁਹਾਨੂੰ ਲੱਗਦਾ ਟੀਵੀ ਦੀਆਂ ਅੱਖਾਂ ਲਈ ਠੀਕ ਨਹੀਂ ਹੈਗਾ। ਇੱਕ ਤੇ ਇਹ ਗੱਲ ਹੈ ਵੀ ਟੀਵੀ ਕਰ ਦਿਓ ਬੰਦ ਤੇ ਉਸ ਨੂੰ ਰੋਣ ਦਿਓ। ਉਹਨਾਂ ਨੁਕਸਾਨ ਟੀਵੀ ਨੇ ਨਹੀਂ ਸੀ ਕਰਨਾ ਜਿੰਨਾ ਉਹਨੇ ਰੋ ਰੋ ਕੇ ਕਰ ਲਿਆ। ਕੰਮ ਓਵਰ ਹੋ ਗਿਆ। ਲਗਾਤਾਰ ਐਵੇਂ ਚੱਲੇਗਾ, ਉਹਦੇ ਅੰਦਰ ਨੈਗਿੰਗ ਦੀ ਇੱਕ ਵੱਡੀ ਪ੍ਰੋਬਲਮ ਆਏਗੀ। ਹੋਰ ਲੰਬਾ ਸਮਾਂ ਚੱਲੇਗਾ, ਉਹਦੀ ਤੁਹਾਡੀ ਰਿਲੇਸ਼ਨਸ਼ਿਪ ਖਰਾਬ ਹੋ ਜਾਏਗੀ। ਹੋਰ ਲੰਬਾ ਚੱਲੇਗਾ, ਉਹ ਮੈਂਟਲ ਹੈਲਥ ਦਾ ਇਸ਼ੂ ਬਣ ਜਾਏਗਾ। ਹੁਣ ਕੀ ਹੈ? ਹੁਣ ਤੁਹਾਨੂੰ ਲੱਗਦਾ ਕਿ ਇਹਨੂੰ ਬਚਾਉਣਾ ਵੀ ਹੈ। ਕੀਤਾ ਕੀ ਜਾਏ? ਕੀਤਾ ਇਹ ਜਾਏ ਕਿ ਸਟਰਗਲ ਨਾ ਕ੍ਰੀਏਟ ਕੀਤੀ ਜਾਏ, ਇਹਦਾ ਧਿਆਨ ਵਟਾਇਆ ਜਾਏ। ਧਿਆਨ ਕੀ ਹੈ? ਟੀਵੀ ਵਿੱਚ ਹੀ ਕੁਝ ਚੱਲ ਰਿਹਾ, ਉਹ ਦੇਖ ਰਿਹਾ, ਕੁਝ ਟੈਡੀਜ਼ ਵਗੈਰਾ ਪਲੇ ਹੋ ਰਹੇ ਨੇ, ਸਾਰਾ ਕੁਝ, ਤੇ ਉਸ ਨੂੰ ਕਿਹਾ ਜਾਏ ਓ ਵਾਓ, ਯੂ ਨੋ ਡੂ ਯੂ ਵਾਂਟ ਦਿਸ ਕਾਈਂਡ ਆਫ ਟੈਡੀ? ਯਾ ਓਕੇ, ਇਹਨੂੰ ਬੰਦ ਕੀਤਾ, ਲੈਟਸ ਫਾਈਂਡ ਆਊਟ। ਘਰੋਂ ਲੱਭਦੇ ਹਾਂ, ਉੱਤੇ ਚੱਲਦੇ ਹਾਂ, ਥੱਲੇ। ਤੁਸੀਂ ਕੀ ਕੀਤਾ? ਤੁਸੀਂ ਧਿਆਨ ਵਟਾ ਲਿਆ, ਕਿਤੇ ਹੋਰ ਲਗਾ ਲਿਆ ਉਹਨੂੰ ਜਾ ਕੇ। ਮਨ ਦੀ ਦੁਨੀਆ ਆ ਇਹ। ਮਨ ਕਿਤੇ ਮੈਡਨੈਸ ਕ੍ਰੀਏਟ ਕਰ ਰਿਹਾ ਹੈ, ਕਿਤੇ ਮਿਜ਼ਰੀ ਕ੍ਰੀਏਟ ਕਰ ਰਿਹਾ ਹੈ, ਕਿਤੇ ਵਰੀਜ਼, ਕਿਤੇ ਓਵਰ ਵਰੀਜ਼, ਕਿਤੇ ਡਿਫਰੈਂਟ ਕਿਸਮ ਦੀ ਆਪਣੀ ਜਿਹੜੀ ਹੈ ਵਕਾਰਾਂ ਦੀ ਜਿਹੜੀ ਬੈਡ ਡੀਡਸ ਥਾਟ ਪ੍ਰੋਸੈਸਿੰਗ ਉਹਦੇ 'ਚ ਲੱਗਾ ਹੈਗਾ। ਸੋ ਹੁਣ ਕੀ ਕਰਨਾ ਆ? ਇਹਦਾ ਧਿਆਨ ਵਟਾਓਗੇ। ਕਿਵੇਂ ਵਟਾਓਗੇ? ਬੜਾ ਇਹ ਤੇ ਚਲਾਕ ਆ, ਕਲੈਵਰ ਆ, ਤੁਹਾਡੀ ਤੇ ਪੇਸ਼ ਹੀ ਕੋਈ ਨਹੀਂ ਜਾਂਦੀ ਉਹਦੇ ਸਾਹਮਣੇ।
ਫਿਰ ਐਸੇ ਹਾਇਰ ਲੈਵਲ ਦੇ ਥਾਟਸ ਲਿਆਓ ਜਿਨ੍ਹਾਂ 'ਚ ਕਿਤੇ ਇੱਕ ਵਾਰ ਵੀ ਇੱਕ ਉਸ ਪਾਸੇ ਨੂੰ ਤੁਰ ਪਿਆ ਤੇ ਫਿਰ ਸੱਚ ਇਹ ਹੈ ਸ਼ਾਇਦ ਇਹ ਪਿੱਛੇ ਮੁੜ ਕੇ ਵੀ ਨਾ ਦੇਖੇ। ਇਹ ਹੈ, ਇਹ ਜਿਹੜੀ ਗੁਫਾ ਆ ਇਹਨੂੰ ਤੁਸੀਂ ਬਹੁਤਾ ਜ਼ਿਆਦਾ ਸਮਝ ਤੇ ਨਹੀਂ ਸਕਦੇ। ਆਪ ਇਹ ਅਹਿਸਾਸ ਕਰੋ, ਮੈਂ ਮਾਫੀ ਮੰਗਦੇ ਲਫ਼ਜ਼ ਕਹਿ ਰਿਹਾ ਹਾਂ, ਭਗਤ ਕਬੀਰ ਜੀ, ਭਗਤ ਰਵਿਦਾਸ ਜੀ, ਭਗਤ ਸਦਨਾ ਜੀ, ਭਗਤ ਸੈਨ ਜੀ, ਭਗਤ ਨਾਮਦੇਵ ਜੀ, ਮੈਂ ਉਹਨਾਂ ਸ਼ਖਸੀਅਤਾਂ ਦਾ ਜ਼ਿਕਰ ਕਰ ਰਿਹਾ ਜਿਨ੍ਹਾਂ ਸ਼ਖਸੀਅਤਾਂ ਨੂੰ ਇਹ ਪੰਡਿਆ ਮੋਕੋ ਡੇਢ ਕਹਿਤ ਹੈ। ਉਹ ਕਹਿੰਦੇ ਸੀ ਇਹ ਮੂਰਖ ਨੇ, ਮਤ ਨਹੀਂ ਹੈਗੀ ਇਹਨਾਂ ਨੂੰ, ਇਹ ਲੋਕ ਸ਼ੂਦਰ ਨੇ, ਅਛੂਤ ਨੇ, ਅਨਟੱਚੇਬਲ ਨੇ, ਇਹਨਾਂ ਨੂੰ ਤੇ ਟੱਚ ਹੀ ਨਹੀਂ ਕਰਨਾ ਚਾਹੀਦਾ। ਇਹੋ ਜਿਹੇ ਲੋਕਾਂ ਨੂੰ ਕੌਣ ਪੜ੍ਹਾਏਗਾ, ਕੌਣ ਵਿਦਿਆ ਦੇਏਗਾ, ਕੌਣ ਤਾਲੀਮ ਦੇਏਗਾ? ਉਹਨਾਂ ਲਈ ਤੇ ਧਰਮ ਮੰਦਰਾਂ ਦੇ ਦਰਵਾਜ਼ੇ ਬੰਦ ਸੀ ਕਿ ਵਿਦਿਆ ਦੇ ਮੰਦਰਾਂ ਦੇ ਤੇ ਕੌਣ ਖੋਲੇਗਾ? ਐਸੀ ਹਾਲਤ ਵਿੱਚ ਜਿਹੜੇ ਲੋਕ ਜਿੰਦੇ ਹੋਣਗੇ ਉਹਨਾਂ ਲੋਕਾਂ ਨੂੰ ਆਪ ਆਈਡੀਆ ਲਾਓ ਵੀ ਸੋਝੀ ਕਿਵੇਂ ਆਈ ਹੋਏਗੀ। ਅਸਲ ਰੂਪ ਵਿੱਚ ਬਾਤ ਇਹ ਹੋਈ ਕਿ ਉਹਨਾਂ ਨੇ ਇਸ ਅੰਦਰ ਦੀ ਦੁਨੀਆ ਨੂੰ ਸਮਝਿਆ ਤੇ ਫਿਰ ਇੱਕ ਹਾਇਰ ਲੈਵਲ ਤੇ ਉਸ ਕਰਤਾਰੀ ਸਤੁਤੀ ਚ ਲਾ ਲਿਆ ਤੇ ਉਹਦੇ ਚ ਲੱਗੇ ਹੋਏ ਉਸ ਜਗ੍ਹਾ ਤੇ ਪਹੁੰਚ ਗਏ। ਸਾਰੀ ਕੋਈ ਦਾਰਸ਼ਨਿਕ ਫਿਲਾਸਫਰ ਤੇ ਹੈ ਨਹੀਂ ਸੀ ਕਿ ਪਹਿਲੇ ਲੈਵਲ ਤੇ ਨਾ ਉਹਨਾਂ ਅਦਾਰਿਆਂ ਚੋਂ ਆਏ ਸੀ, ਬਲਕਿ ਉਹ ਤੇ ਇੱਕ ਆਮ ਆਰਡੀਨਰੀ ਬੰਦਿਆਂ ਨਾਲੋਂ ਵੀ ਥੱਲੀ ਸਟੇਜ ਤੇ ਸੀਗੇ। ਪਰ ਵੱਡੇ ਦੀਆਂ ਵਿਚਾਰਾਂ, ਜਿਵੇਂ ਆਸਾ ਕੀ ਵਾਰ ਪੜੋ, ਅਸੀਂ ਅਕਸਰ ਬਾਤ ਕਰਦੇ ਹਾਂ, ਜਦੋਂ ਗੁਰੂ ਨਾਨਕ ਸਾਹਿਬ ਸਮਾਪਤੀ ਕਰ ਰਹੇ ਨੇ ਉਹਦੀ, ਤੇ ਸਾਨੂੰ ਕੀ ਕਹਿ ਰਹੇ ਨੇ? ਇਹ ਕੋਈ ਆਮ ਚੀਜ਼ ਨਹੀਂ ਗੀ, ਇਹ ਹੈ ਵੱਡੇ ਕੀਆਂ ਵਡਿਆਈਆਂ ਕਿਛ ਕਹਿਣਾ ਕਹਿਣ ਨਾ ਜਾਏ। ਇਹ ਵੱਡੇ ਦੀਆਂ ਵਡਿਆਈਆਂ ਨਹੀਂ, ਕਿਹਾਂ ਵੀ ਬਿਆਨ ਨਹੀਂ ਹੋ ਸਕਦੀਆਂ। ਇਹਦੇ ਵਿੱਚ ਜਿਹੜੀ ਗੱਲ ਹੋ ਰਹੀ ਹੈ, ਸੋ ਕਰਤਾ ਕਾਦਰ ਕਰੀਮ ਦੇ ਜੀਆਂ ਰਿਜ਼ਕ ਸੰਭਾਹੇ, ਉਸ ਕਰਤਾਰ ਦੀ ਬਾਤ ਹੋ ਰਹੀ ਜਿਹੜਾ ਸਭ ਨੂੰ ਰਿਜ਼ਕ ਆਫਰੀਨ ਕਰ ਰਿਹਾ ਆ। ਇੱਕ ਭਾਵਨਾ, ਇੱਕ ਜਿਹਨੂੰ ਕਹਿ ਲਓ ਕਿ ਡਿਵੋਸ਼ਨਲ ਸਾਈਡ ਤੋਂ ਇੱਕ ਅਟੈਚਮੈਂਟ ਬਿਲਡ ਹੋ ਰਹੀ ਹੈ। ਇਹ ਸਾਰੀ ਚੀਜ਼ ਬੰਦੇ ਨੂੰ ਉਹਦੇ ਚੋਂ ਕੱਢ ਕੇ ਜਿਹੜਾ ਉਹਦਾ ਅੰਦਰ ਦੀ ਸਾਰੀ ਮਨ ਦੀ ਦੁਨੀਆ ਹੈ, ਚੰਚਲਤਾ ਆ ਜਿਹਦੇ 'ਚ ਬਹੁਤ ਕੁਝ ਖਰਾਬ ਹੋਣ ਵਾਲਾ ਪਿਆ ਆ, ਉੱਥੋਂ ਕੱਢ ਕੇ ਕਿਸੇ ਚੰਗੇਰੇ ਰਾਹ ਤੇ ਪਾ ਦਿੰਦੀ ਹੈ। ਇੱਥੇ ਮਹਾਰਾਜ ਨੇ ਬਿਆਨ ਕੀਤਾ, ਗੁਰ ਕੈ ਸ਼ਬਦ ਇਹ ਗੁਫਾ ਵਿਚਾਰੇ। ਜਿਹੜਾ ਗੁਰੂ ਕੇ ਸ਼ਬਦ ਦੀ ਮਦਦ ਨਾਲ ਇਸ ਗੁਫਾ ਨੂੰ ਸਹੀ ਰੂਪ ਵਿੱਚ ਵਿਚਾਰਦਾ ਆ। ਇੱਥੇ ਸਿਰਫ ਸਾਇਲੈਂਟ ਪ੍ਰੈਕਟਿਸ ਨਹੀਂ ਹੈਗੀ, ਰਿਪਲੇਸਮੈਂਟ ਆ ਥਾਟਸ ਦੀ, ਵਿਚਾਰਾਂ ਦੀ, ਉਸ ਲੈਵਲ ਦੀ ਸਾਰੀ ਐਕਸਰਸਾਈਜ਼ ਹੋ ਰਹੀ ਹੈ। ਨਾਮ ਨਿਰੰਜਨ ਅੰਤਰ ਵਸੈ ਮੁਰਾਰੇ। ਨਾਮ ਨਿਰੰਜਨ, ਨਿਰੰਜਨ ਕਹਿੰਦੇ ਨੇ, ਅੰਜਨ ਕਹਿੰਦੇ ਕਾਲਖ ਨੂੰ। ਕਾਲਖ ਦੇਖੀਏ ਤੇ ਹਰ ਥਾਂ ਤੇ ਮੌਜੂਦ ਆ। ਹੁਣ ਆਪਾਂ ਸਿੰਪਲ ਤੌਰ ਤੇ ਬਾਤ ਕਰਦੇ ਹਾਂ, ਪੰਜਾਬ ਦੀ ਫਿਜ਼ਾਂ ਦੇ ਵਿੱਚ ਇੱਕ, ਵੈਸੇ ਤਾਂ ਬਹੁਤ ਸਾਰੇ ਡੇਰੇ ਇਹੋ ਜਿਹੇ ਨੇ, ਇੱਕ ਡੇਰਾ ਬਣਿਆ ਤੇ ਜਿਹੜਾ ਇਹ ਕਹਿੰਦਾ ਸੀਗਾ ਕਿ ਸਾਡੀ ਜਿਹੜੀਆਂ ਸਿੱਖ ਸੰਸਥਾਵਾਂ ਨੇ, ਕਲਟ ਨੇ, ਇਹਨਾਂ 'ਚ ਗੋਲਕ ਇਨਵੋਲਵ ਹੈ, ਮਾਇਆ ਇਨਵੋਲਵ ਹੈ, ਇਹ ਸਭ ਚੀਜ਼ਾਂ, ਇਸ ਕਰਕੇ ਲੋਕ ਇਹ ਕਲਯੁਗ ਵਾਪਰ ਰਿਹਾ, ਲਿਟਰਲੀ ਤੌਰ ਤੇ ਕਹਿੰਦਾ ਹੁੰਦਾ ਸੀ ਉਹ, ਸਿੱਧੇ ਤੌਰ ਤੇ। ਤੇ ਸਾਡੇ ਇੱਥੇ ਕੋਈ ਪੈਸਾ ਨਹੀਂ, ਕੋਈ ਕਿਸੇ ਨੇ ਪੈਸਾ ਨਹੀਂ ਚੜਾਉਣਾ, ਕੋਈ ਕੁਛ ਨਹੀਂ, ਬਿਲਕੁਲ ਸਭ ਚੀਜ਼ਾਂ ਜਿਹੜੀਆਂ ਨੇ ਉਸ ਢੰਗ ਦੇ ਨਾਲ ਨੇ। ਤੇ ਇਹ ਵੀ ਸੱਚਾਈ ਹੈ ਕਿ ਫ੍ਰੀ ਕੁਛ ਨਹੀਂ, ਜੇ ਤੁਸੀਂ ਛਕਣਾ ਆ ਤੇ ਉਹਦੇ ਪੈਸੇ ਲੱਗਣਗੇ, ਉਹਦਾ ਤੁਸੀਂ ਪੇ ਕਰਕੇ ਰੋਟੀ ਖਾਓਗੇ। ਇੱਥੇ ਕੰਟੀਨ ਖੋਲ ਦਿੱਤੀ, ਇਸ ਤਰੀਕੇ ਨਾਲ ਪ੍ਰੋਫਿਟ ਅਰਨਿੰਗ ਕੋਈ ਨਹੀਂ, ਸਭ ਲੋਕ ਭਲਾਈ, ਇਹ ਸਭ ਚੀਜ਼ਾਂ ਕਰ ਦਿੱਤੀਆਂ। ਸ਼ੁਰੂਆਤ 'ਚ ਲੋਕਾਂ ਨੂੰ ਲੱਗਾ ਕਮਾਲ ਹੈ ਭਾਈ, ਇਹੋ ਜਿਹੇ ਕੰਮ ਵੀ ਹੋ ਸਕਦੇ ਨੇ। ਬੜੀ ਚੜ੍ਹਾਈ ਹੋਈ, ਬਹੁਤ, ਮਤਲਬ ਇੰਨੀ ਵੱਡੀ ਪ੍ਰਾਪਰਟੀ, ਇੰਨਾ ਕੁਝ, ਲੋਕਾਂ ਕਿਹਾ ਕਮਾਲ ਹੋ ਗਈ। ਉਹ ਰੀਸੈਂਟਲੀ ਪਤਾ ਲੱਗਾ ਜਦੋਂ ਪਰਿਵਾਰ 'ਚ ਝਗੜਾ ਪੈ ਗਿਆ, ਉਹ ਮੁੰਡੇ ਲੜ ਪਏ ਪ੍ਰਾਪਰਟੀ ਤੋਂ, ਪਤਾ ਲੱਗਾ ਉਹ ਵੱਡੇ ਜਿਹੜੇ ਹਸਪੀਟਲਸ ਹੈਗੇ ਨੇ ਉੱਥੇ ਇਹਨਾਂ ਨੇ ਫਾਈਨੈਂਸਿੰਗ ਕੀਤੀ ਹੈ, ਇਨਵੈਸਟਮੈਂਟ ਹੋ ਰਹੀ ਹੈ, ਲੋਕਾਂ ਦੇ ਪੈਸੇ ਜਿਹੜੇ ਲੋਕਾਂ ਤੋਂ ਡੋਨੇਸ਼ਨ ਲਿਆ ਸਭ। ਫਿਰ ਜਾ ਕੇ ਪਤਾ ਲੱਗਾ ਓਹੋ, ਐਕਚੁਅਲੀ ਪੀਪਲ ਦੇ ਵਰ ਕਲੇਮਿੰਗ ਸਾਡੀਆਂ ਜਿਹੜੀਆਂ ਦੂਜੀਆਂ ਧਾਰਮਿਕ ਸੰਸਥਾਵਾਂ ਨੇ ਇਹ ਕਲਟ ਨੇ, ਬਟ ਵਾਟ ਅਬਾਊਟ them, ਇਹ ਕੀ ਹੈਗੇ ਨੇ? ਹੁਣ ਇਹ ਹੈ ਕਿ ਜਿਹੜਾ ਅੰਜਨ ਆ, ਕਾਲਖ ਆ, ਦੇਖੋ ਕਾਲਖ ਸੰਸਾਰ ਵਿੱਚ ਰਹੇਗੀ, ਇਹ ਸੱਚਾਈ ਹੈ। ਜਿੱਥੇ ਮਾਇਆ ਹੈ, ਪੈਸਾ ਹੈ, ਬੰਦੇ ਨੇ, ਬੰਦਿਆਂ 'ਚ ਕਮਜ਼ੋਰੀਆਂ ਨੇ, ਓਵਰਨਾਈਟ ਕੋਈ ਨਹੀਂ ਬਦਲਦਾ। ਮੈਂ ਤਾਂ ਗੁਰੂ ਸਾਹਿਬ ਦੇ ਆਪਣੇ ਜੀਵਨ ਕਾਲ 'ਚ ਵੇਖਦਾ ਹਾਂ, ਗੁਰੂ ਮਹਾਰਾਜ ਆਪ ਸਿਸਟਮ ਪੈਦਾ ਕਰਦੇ। ਗੁਰੂ ਸਾਹਿਬ ਨੇ ਆਪ ਮੰਜੀਆਂ ਤੇ ਪੀੜੇ ਚਲਾਏ, 22 ਮੰਜੀਆਂ 52 ਪੀੜੇ, ਸਮਾਂ ਪਾ ਕੇ ਉਹਨੂੰ ਹੋਰ
ਮੋਡੀਫਾਈ ਕੀਤਾ, ਮਸੰਦ ਸਿਸਟਮ ਲਿਆਂਦਾ, ਵਕਤ ਪਾ ਕੇ ਇਤਨਾ ਕਰਪਟ ਹੋ ਗਿਆ, ਗੁਰੂ ਸਾਹਿਬ ਨੂੰ ਟੋਟਲੀ ਜੜੋਂ ਪੱਟਣਾ ਪਿਆ। ਇਹ ਪੋਸੀਬਿਲਿਟੀ ਹੈ। ਨਾਲ ਦੀ ਨਾਲ ਜਿਹੜੀ ਦੋ ਚੀਜ਼ਾਂ ਦੇਖੋ, ਕੋਈ ਵੀ ਸੰਸਥਾ ਹੈ ਧਰਤੀ ਦੇ ਉੱਤੇ, ਜੇ ਉਹਨੇ ਕਾਮਯਾਬ ਹੋਣਾ ਹੈ ਗੁਰਮਤਿ ਆਸ਼ੇ ਮੁਤਾਬਕ, ਮੈਂ ਕਹਿੰਦਾ, ਤੇ ਅੱਜ ਲੋਕਾਂ ਨੇ ਬਿਜ਼ਨਸ ਕਮਿਊਨਿਟੀ 'ਚ ਇਹਨੂੰ ਅਡਾਪਟ ਕਰ ਲਿਆ। ਤੁਸੀਂ ਚੈਰੀਟੇਬਲ ਆਰਗੇਨਾਈਜੇਸ਼ਨ ਤੋਂ ਇੱਕ ਪਾਸੇ ਛੱਡੋ, ਉਹਦੇ 'ਚ ਪਹਿਲੀ ਚੀਜ਼ ਜਿਹੜੀ ਹੈ ਉਹ ਹੈਗੀ ਏ ਟਰਾਂਸਪੇਰੈਂਸੀ, ਸਾਫ਼ ਗੋਤਾ, ਸਿੱਧੇ ਤੌਰ ਤੇ ਜੋ ਹੈ ਸਰਫੇਸ ਤੇ ਆ, ਥੱਲੇ ਕੁਛ ਨਹੀਂ। ਸੈਕੰਡ ਚੀਜ਼ ਹੈ ਅਕਾਊਂਟੇਬਿਲਿਟੀ। ਦੋਨੋਂ ਚੀਜ਼ਾਂ ਇੱਕ ਇੰਟੀਗ੍ਰਿਟੀ ਦੀ ਮੰਗ ਕਰਦੀਆਂ ਨੇ, ਸੱਚਿਆਰਤਾ ਦੀ। ਧਰਮ ਇਹ ਹੈ, ਜਿਨ੍ਹਾਂ ਪਰਿਵਾਰਾਂ ਦੇ ਵਿੱਚ ਸਾਫ਼ ਗੋਤਾ ਹੈ, ਟਰਾਂਸਪੇਰੈਂਸੀ, ਸਭ ਕੁਝ ਸਾਹਮਣੇ ਹੀ ਹੈ, ਪਿੱਛੇ ਕੁਝ ਨਹੀਂ ਹੈਗਾ, ਬਹੁਤ ਸੁਖੀ ਨੇ। ਜਿਨ੍ਹਾਂ ਕਮਿਊਨਿਟੀਜ਼ ਵਿੱਚ ਇਹ ਚੀਜ਼ ਹੈ, ਜਿੱਥੇ ਆਲੇ ਹਰ ਰੂਪ ਦੇ ਵਿੱਚ ਤੁਸੀਂ ਦੇਖੋ, ਤੇ ਆਹ ਤੇ ਗੁਰੂ ਬਾਬਾ ਜੀ ਬਾਤ ਕਰਦੇ ਨਾਮ ਨਿਰੰਜਨ, ਸਾਡੇ ਅੰਦਰ ਦੀ ਦੁਨੀਆ ਦੀ। ਹੁਣ ਨਾਮ ਨਿਰੰਜਨ ਕੀ ਹੈ? ਅੰਜਨ ਮਾਹੇ ਨਿਰੰਜਨ ਪਾਈਏ, ਜਿਹਨੂੰ ਗੁਰੂ ਸਾਹਿਬ ਨੇ ਪਿਆਰ ਕਿਹਾ ਸੀਗਾ। ਕਾਲਖ ਤੇ ਹੈ, ਚਾਰ ਚਪੇਰੇ, ਲਾਲਚ ਵੀ ਹੈ, ਸਵਾਰਥ ਵੀ ਹੈ, ਸਭ ਕੁਝ ਚੱਲਣਗੇ ਨਾਲ ਨਾਲ। ਪਰ ਇਹਨਾਂ ਸਭ ਦੇ ਵਿੱਚ ਬੰਦਾ ਸਪਸ਼ਟ ਰਹੇ ਕਿ ਭਾਈ ਜੋ ਮੈਂ ਕਮਾਣਾ, ਖਾਣਾ, ਬਣਾਉਣਾ, ਉਹ ਸਭ ਚੀਜ਼ਾਂ ਹੈਗੀਆਂ ਨੇ, ਪਰ ਕੋਈ ਹਿਡਨ ਏਜੰਡਾ ਨਹੀਂ, ਕੋਈ ਬੇਈਮਾਨੀ ਨਹੀਂ, ਕੋਈ ਧੋਖਾ ਨਹੀਂ। ਇਹ ਸਭ ਚੀਜ਼ਾਂ ਤੋਂ ਬਿਲਕੁਲ ਬਾਹਰ ਆ ਗਿਆ ਤੇ ਰੱਬ ਦੇ ਅੱਗੇ ਅਰਦਾਸ ਕੀਤੀ, ਦਾਤਾ ਆਪਣੇ ਭੈ ਵਿੱਚ ਰੱਖੀ, ਦਾਤਾ ਕਿਸੇ ਦੇ ਭਲੇ ਪਾਸੇ ਲਗਾਈ। ਆਪਾਂ ਦੇਖਦੇ ਹਾਂ ਡਿਫਰੈਂਟ ਪ੍ਰੋਫੈਸ਼ਨਸ ਲੋਕੀ ਅਡਾਪਟ ਕਰਦੇ, ਆਪੋ ਆਪਣੇ ਕੰਮਕਾਰ, ਕਾਰੋਬਾਰ ਅਡਾਪਟ ਕਰਦੇ। ਭਾਈ ਕਰੋ, ਪੂਰਾ ਐਨ ਜਿਹੜਾ ਤਨਦੇਹੀ ਨਾਲ ਕਰੋ, ਉਹਦੇ 'ਚ ਬਣਦਾ ਸਰਦਾ ਇਵਜ਼ਾਨਾ ਆਪਣਾ ਲਵੋ, ਪਰ ਹਾਂ ਬੇਈਮਾਨੀ ਨਹੀਂ, ਝੂਠ ਨਹੀਂ, ਠੱਗੀ ਨਹੀਂ, ਫਰੇਬ ਨਹੀਂ, ਧੋਖਾ ਨਹੀਂ, ਕਰਪਸ਼ਨ ਨਹੀਂ। ਇਹ ਸਾਰੀ ਚੀਜ਼ ਨਾਮ ਦੀ ਧਾਰਾ, ਭਾਵ ਰੱਬ ਦੇ ਭੈ 'ਚ ਰਹਿ ਕੇ ਬੰਦਾ ਕਰੇ। ਅਕਾਲ ਪੁਰਖ ਵਾਹਿਗੁਰੂ ਵੇਖ ਰਿਹਾ ਮੈਨੂੰ। ਇੱਥੇ ਗੁਰੂ ਅਮਰਦਾਸ ਸਾਹਿਬ ਨੇ ਕਿਹਾ, ਜਦੋਂ ਵਿਚਾਰ ਸਾਫ਼ ਹੋ ਗਏ ਅੰਦਰ, ਨਾਮ ਨਿਰੰਜਨ ਅੰਤਰ ਵਸੈ ਮੁਰਾਰੇ। ਇੱਕ ਹੈ ਬੰਦਾ ਬੜੀ ਇਮਾਨਦਾਰੀ ਨਾਲ ਤੁਰਿਆ, ਸਹੀ ਰੂਪ ਵਿੱਚ ਕਮਾਇਆ, ਜੀਵਨ ਬਣਾਇਆ, ਸਭ ਕੁਝ, ਪਰ ਇੱਕ ਹੋਰ ਅਲਾਮਤ ਬੜੀ ਵੱਡੀ ਹੈ ਮਨੁੱਖ ਲਈ, ਮੁਰਾਰੇ, ਮੁਰ ਨਾਂ ਦੇ ਰਾਖਸ਼ ਨੂੰ ਮਾਰਨ ਵਾਲਾ, ਹੰਕਾਰ। ਜਿਹੜਾ ਮੁਰ ਨਾਂ ਦਾ ਰਾਖਸ਼ ਅਸੀਂ ਕੈਰੀ ਕਰਦੇ ਹਾਂ, ਉਹ ਹੈਗਾ ਹੰਕਾਰ। ਉਹ ਹਰ ਵਕਤ ਨਾਲ ਤੁਰਿਆ ਫਿਰਦਾ ਹੈਗਾ। ਲੋਕੀ ਸਭ ਕੁਝ ਬਣਾ ਸਵਾਰ ਕੇ, ਸਭ ਕਾਰੋਬਾਰ ਸਥਾਪਿਤ ਕਰਕੇ ਅਖੀਰ ਖਰਾਬ ਕਰਦੇ, ਕਿਸ ਕਰਕੇ? ਹੰਕਾਰ ਕਰਕੇ। ਹੰਕਾਰ ਅਲਾਮਤ ਹੈ ਬੜੀ ਵੱਡੀ। ਗੁਰੂ ਬਾਬਾ ਜੀ ਨੇ ਕਿਹਾ, ਮੇਰੇ ਜੀਵਨ ਵਿੱਚੋਂ ਇਹ ਵੀ ਚੀਜ਼ ਜਿਹੜੀ ਹੈ ਚਲੀ ਜਾਏ। ਸਿੱਖ ਜੀ ਐਵੇਂ ਦੀ ਅਰਦਾਸ ਕਰ। ਇੱਥੇ ਬਚਨਾ ਹੈ, ਗੁਰ ਕੈ ਸ਼ਬਦ ਗੁਫਾ ਵਿਚਾਰੇ, ਨਾਮ ਨਿਰੰਜਨ ਅੰਤਰ ਵਸੈ ਮੁਰਾਰੇ। ਉਸ ਮੁਰਾਰੀ ਦਾ ਨਾਮ ਜਿਹੜਾ ਰਾਖਸ਼ ਨੂੰ ਮਾਰ ਦੇ, ਹੰਕਾਰ ਨੂੰ ਮਾਰ ਦੇ, ਸਾਫ਼ ਗੋ ਸਾਨੂੰ ਬਣਾ ਦੇ। ਫਿਰ ਕਿਆ? ਹਰ ਗੁਣ ਗਾਵੇ ਸ਼ਬਦ ਸੁਹਾਏ। ਹਰੀ ਦਾ ਗੁਣਗਾਨ ਕਰੇ, ਸ਼ਬਦ ਸੁਹਾਏ। ਸ਼ਬਦ ਦੀ ਸ਼ੋਭਨਿਕਤਾ ਦੇ ਨਾਲ ਇਹਨੂੰ ਫਿਰ ਦੇਖਣਾ ਇਸ ਤਰੀਕੇ ਦੇ ਨਾਲ। ਕਈ ਵਾਰ ਰੈਪੀਟੀਸ਼ਨ ਹੁੰਦੀ ਹੈ, ਪਰ ਮੌਲਿਕ ਗੱਲ ਇਹ ਹੈ, ਜਿਵੇਂ ਇੱਥੇ ਸਾਡੇ ਇੱਕ ਬੜੇ ਪਿਆਰੀ ਫੈਮਿਲੀ ਹੈਗੀ ਹੈ, ਸਾਰੀ ਫੈਮਿਲੀ ਡਾਕਟਰ, ਮੈਡੀਸਨ ਸਾਈਡ ਤੇ ਆ ਰਹੇ ਨੇ, ਮਾਂ ਬਾਪ ਵੀ ਨੇ, ਅਗਾਂਹ ਬੱਚੇ ਵੀ ਨੇ। ਤੇ ਮਾਂ ਥੋੜਾ ਧਾਰਮਿਕ ਖਿਆਲਾਂ, ਧਾਰਮਿਕ ਬਿਰਤੀ 'ਚ ਰਹਿੰਦੇ, ਤੇ ਉਹ ਪਾਠ ਕਰਦੇ। ਤੇ ਇੱਕ ਦਿਨ ਕਿਤੇ ਮੇਰੇ ਨਾਲ ਮੁਲਾਕਾਤ ਹੋਈ ਤੇ ਕਹਿੰਦੇ ਵੀ ਭਾਈ ਸਾਹਿਬ ਥੋੜਾ ਬੜਾ ਟਿਕਲਿਸ਼ ਜਿਹਾ ਕੁਐਸਚਨ ਆ, ਹੱਸਿਆ ਜੇ ਨਾ ਤੇ ਨਾ ਜੱਜ ਕਰਿਆ ਜੇ। ਮੈਂ ਕਿਹਾ ਨੋ, ਦੈਟਸ ਨੋਟ ਮਾਈ ਜੌਬ। ਗੱਲ ਕੀ ਹੈ? ਕਹਿੰਦੀ ਗੱਲ ਇਹ ਹੈ ਕਿ ਮੈਂ ਤੇ ਸੋਚਦੀ ਸੀ ਮੇਰਾ ਬੱਚਾ ਕੁਝ ਪਾਠ ਕਰੇਗਾ, ਬੜਾ ਪਿਆਰਾ, ਕਹਿੰਦੀ ਐਸਾ ਬੱਚਾ ਰੱਬ ਸਭ ਨੂੰ ਦੇਵੇ, ਇਸ ਕਿਸਮ ਦੀ ਅਰਦਾਸ ਹੈ। ਪਰ ਉਹ ਥੋੜਾ ਏਥੀਅਸਟ ਜਿਹਾ ਮਾਈਂਡਡ ਹੈਗਾ ਇਸ ਕਿਸਮ ਦੇ ਨਾਲ। ਤੇ ਚਲੋ ਵੀ ਗੱਲ ਠੀਕ ਹੈ, ਪਰ ਕਹਿੰਦੀ ਕੀ ਹੋਇਆ ਕਿ ਇੱਕ ਦਿਨ ਮੈਨੂੰ ਲਿਟਰਲੀ ਤੌਰ ਤੇ ਕਹਿੰਦਾ ਮੋਮ, ਈਵਨ ਦੋ ਯੂ ਆਰ ਡਾਕਟਰ, ਯੂ ਆਰ ਪ੍ਰੋਫੈਸ਼ਨਲ, ਯੂ ਆਰ ਫਿਜ਼ੀਸ਼ੀਅਨ, ਯੂ ਆਰ ਵੈਰੀ ਸਮਾਰਟ, ਬਟ ਦ ਸੇਮ ਟਾਈਮ ਯੂ ਆਰ ਸੋ ਡਮ, ਯੂ ਆਰ repeating same kind of actually text or book every day. What's wrong with you? You haven't actually understand until now. ਹੁਣ ਜਿਹੜੀ ਆਹ ਗੱਲ ਆ ਉਹਦੀ, ਉਹ ਕਹਿੰਦੀ ਮੈਨੂੰ ਇੱਕ ਤਰ੍ਹਾਂ ਨਾਲ ਬੜਾ ਇਹ ਅਫੈਂਸਿਵ ਵੀ ਲੱਗਾ, ਬੜਾ ਮੈਨੂੰ ਇਹ ਗਲਤ ਵੀ ਲੱਗਾ। ਮੈਂ ਉਹਨੂੰ ਟੋਕਿਆ ਵੀ, ਪਰ ਕਹਿੰਦੀ ਵੀ ਗੱਲ ਇਹ ਹੈ ਵੀ ਮੈਂ ਵੀ ਸੋਚ ਰਹੀ ਸੀ ਵੀ ਗੱਲ ਇਹ ਕੀ ਕਹਿ ਰਿਹਾ ਹੈ। ਮੈਂ ਤੁਸੀਂ ਕੀ ਆਨਸਰ ਕੀਤਾ? ਕਹਿੰਦੀ ਮੈਂ ਕੋਈ ਆਨਸਰ ਨਹੀਂ ਕੀਤਾ। ਮੈਂ ਕਿਹਾ ਵੀ ਮੇਰੇ ਕੋਲ ਜਵਾਬ ਤੇ ਨਹੀਂ ਹੈਗਾ ਜੇ ਕੋਈ, ਬਟ
आई विल डेफिनेटली फाइंड आउट भी कुछ ना कुछ तो है सिੱਖੀ ਰਹਿਣੀ ਰਹਿਤ ਦਾ ਹਿੱਸਾ ਹੈਗਾ। ਮੈਨੂੰ ਕਹਿੰਦੇ, ਮੈਂ ਕਿਹਾ ਉਹਦੀ ਗੱਲ ਹੈ, ਉਸ ਗੱਲ ਦਾ ਜਵਾਬ ਦੋ ਤਰੀਕੇ ਨਾਲ ਹੈ। ਇੱਕ ਤੇ ਇਹ ਹੈ ਵੀ ਉਹਨੂੰ ਇਹ ਪੁੱਛਿਆ ਜਾਏ ਵੀ ਆਰ ਯੂ ਮੇਕਿੰਗ ਸਮ ਕਾਈਂਡ ਆਫ ਕਮੈਂਟਸ ਔਰ ਇਜ਼ ਦਿਸ ਯੂਰ ਕੁਐਸਚਨ। ਉਹ ਕਹਿੰਦੀ ਇਹਦਾ ਕੀ ਮਤਲਬ? ਮੈਂ ਕਹਿੰਦਾ ਮਤਲਬ ਇਹ ਹੈ ਕਿ ਇੱਕ ਤੇ ਹੈ ਕਿ ਆਪਣੇ ਅੰਦਰ ਦੀ ਬੰਦਾ ਗੱਲ ਹੀ ਕਰ ਰਿਹਾ ਬਸ ਇਸ ਤਰੀਕੇ ਨਾਲ, ਤੁਹਾਨੂੰ ਕਿਹਾ ਜਾਵੇ ਤੇਰਾ ਓਪੀਨੀਅਨ ਹੈ, ਤੈਨੂੰ ਮੁਬਾਰਕ, ਸਾਡੀ ਆਪਣੀ ਜੀਵਨ ਜਾਂਚ ਹੈ, ਸਭ ਦਾ ਸੋਚਣ ਦਾ ਢੰਗ ਆਪਣਾ ਹੈ। ਇੱਕ ਤੇ ਇਹ ਹੈ। ਦੂਸਰਾ ਇਹ ਹੈਗਾ ਕਿ ਜੇ ਉਹਨੂੰ ਪੁੱਛਿਆ ਜਾਵੇ ਵੀ ਸਵਾਲ ਹੈ ਤੇਰਾ, ਤੇ ਸਵਾਲ ਦਾ ਜੇ ਤੂੰ ਜਵਾਬ ਲੈਣਾ ਚਾਹੁੰਦਾ ਤੇ ਜਵਾਬ ਤੈਨੂੰ ਦੇਵਾਂਗੇ, ਪਰ ਪ੍ਰੋਪਰ ਸੁਣ ਇਹਨੂੰ। ਉਹ ਇਹ ਹੈ ਕਿ ਜਿਹੜੀ ਤੂੰ ਗੱਲ ਕਹਿ ਰਿਹਾ ਇਟਸ ਏ ਰੈਪੀਟੀਸ਼ਨ। ਨੋ ਡਾਊਟ ਨਿਤਨੇਮ ਦੀ ਬਾਣੀ ਰੈਪੀਟੀਸ਼ਨ ਹੈ, ਸਭ ਰੈਪੀਟੀਸ਼ਨ ਹੀ ਹੋ ਰਿਹਾ। ਉਹਨੂੰ ਇਹ ਦੱਸਿਆ ਜਾਏ ਕਿ ਐਕਚੁਅਲ ਲੈਵਲ ਤੇ ਜ਼ਿੰਦਗੀ 'ਚ ਬਹੁਤ ਸਾਰੀਆਂ ਚੀਜ਼ਾਂ ਰੈਪੀਟੀਸ਼ਨ ਆ। ਫਿਜ਼ੀਕਲ ਸਾਈਡ ਤੋਂ ਆਪਾਂ ਦੇਖਦੇ ਹਾਂ, ਹਰ ਰੋਜ਼ ਸਾਡਾ ਨਹਾਣਾ, ਸਾਡਾ ਕੱਪੜੇ ਬਦਲਣਾ, ਸਾਡਾ ਖਾਣਾ, ਸਾਡਾ ਹਰ ਚੀਜ਼ ਰੈਪੀਟੀਸ਼ਨ ਹੈ, ਸੇਮ ਉਸ ਰੂਪ ਦੇ ਵਿੱਚ ਐਗਜ਼ੈਕਟਲੀ। ਜੇ ਅਸੀਂ ਇਸ ਤਰੀਕੇ ਨਾਲ ਦੇਖੀਏ, ਤੂੰ ਪ੍ਰੋਫੈਸ਼ਨਲ ਹੈ, ਮੈਡੀਕਲ ਪ੍ਰੋਫੈਸ਼ਨ ਵਿੱਚੋਂ ਆ ਰਿਹਾ ਹੈਗਾ, ਸਾਡੇ ਅੰਦਰ ਦੀ ਦੁਨੀਆ ਦੇ ਵਾਸਤੇ ਵੀ ਸਾਨੂੰ ਕੁਝ ਰੈਪੀਟੀਸ਼ਨ ਕਰਨ ਦੀ ਲੋੜ ਹੈ। ਸਾਡੀ ਪ੍ਰੋਫੈਸ਼ਨਲ ਸਾਈਡ ਤੋਂ ਮੈਂ ਕਿਹਾ ਉਹਨੂੰ ਦੱਸਿਓ, ਸਾਲ ਦੇ ਵਿੱਚ ਸਾਡੇ ਰਿਫਰੈਸ਼ਮੈਂਟ ਕੋਰਸਸ ਹੁੰਦੇ ਨੇ, ਕੈਨਨ ਆਫ ਐਥਿਕਸ ਸਾਡਾ ਦੁਬਾਰਾ ਰਿਪੀਟਡਲੀ ਸਾਈਨ ਹੁੰਦਾ ਹੈ, ਲਿਟਰਲੀ ਤੌਰ ਤੇ ਆਏ ਸਾਲ ਦੁਬਾਰਾ ਸਾਈਨ ਹੁੰਦੇ ਨੇ, ਦੁਬਾਰਾ ਰੈਪੀਟੀਸ਼ਨ ਹੀ ਹੈ। ਇਹ ਕਾਹਦੇ ਵਾਸਤੇ ਹੈ? ਆਪਣੇ ਆਪ ਨਾਲ ਸੈਲਫ ਕਮਿਟਮੈਂਟ ਪੂਰਾ ਕਰਨ ਵਾਸਤੇ। ਐਕਚੁਅਲੀ ਆ ਚੀਜ਼ ਆ। ਮਾਈਂਡ ਜਿਹੜਾ ਆ ਇਹ ਬੜਾ ਮਿਜ਼ਰੇਬਲ ਆ, ਇਹਨੂੰ ਰੋਜ਼ ਸਿੱਝਦੀਆਂ ਸਮਝਾਉਂਦੀਆਂ ਉਸ ਰੂਪ ਵਿੱਚ ਕਰਦੀਆਂ। ਜਦੋਂ ਇਹ ਸਾਰੀ ਗੱਲ ਹੋਈ ਨਾ, ਤੇ ਉਹ ਮੈਨੂੰ ਬੜੇ ਓਨੈਸਟ ਸੀਗੇ, ਹੱਸ ਕੇ ਕਹਿੰਦੇ ਤੈਨੂੰ ਸੱਚੀ ਦੱਸਾਂ, ਮੈਂ ਤੇ ਕਦੀ ਖੁਦ ਪਾਠ ਇਸ ਲੈਵਲ ਤੇ ਨਹੀਂ ਕੀਤਾ। ਆਈ ਨੈਵਰ ਐਵਰ ਹੈਵ ਥਾਟ ਲਾਈਕ ਐਟ ਦੈਟ ਲੈਵਲ। ਮੈਨੂੰ ਇਸ ਤਰੀਕੇ ਨਾਲ, ਮੈਂ ਕਿਹਾ ਆਹੀ ਤੇ ਸਾਰੇ ਬਾਤ ਹੈ। ਸ਼ਬਦ ਦਾ ਮਾਇਨਾ ਸਮਝੋ, ਸ਼ਬਦ ਦਾ ਮਾਇਨਾ ਸਿਰਫ ਕਿਸੇ ਲਫ਼ਜ਼ਾਂ ਦੀ ਰੈਪੀਟੀਸ਼ਨ ਨਹੀਂ ਹੈਗੀ। ਜਿੱਥੇ ਗੁਰੂ ਬਾਬਾ ਜੀ ਨੇ ਕਿਹਾ, ਹਰ ਗੁਣ ਗਾਵੇ ਸ਼ਬਦ ਸੁਹਾਏ, ਹਰੀ ਦਾ ਗੁਣਗਾਨ ਕਰ ਤੇ ਐਸਾ ਗੁਣਗਾਨ ਕਰ ਸ਼ਬਦ ਸੁਹਾਏ, ਸ਼ਬਦ ਸ਼ੋਭਨੀਕ ਲੱਗ ਜਾਏ, ਤੈਨੂੰ ਤੇਰੇ ਅੰਦਰ ਦੀ ਸ਼ੋਭਾ ਵਧਾ ਦੇ। ਲਫ਼ਜ਼, ਅਲਫਾਜ਼, ਹਰਫ ਜਿਹੜੇ ਨੇ ਪ੍ਰੋ ਦੇਣ। ਈਵਨ ਸਾਡੇ ਤੇ ਲਿਟਰਲੀ ਤੌਰ ਤੇ ਗੱਲ ਮੰਨੀ ਜਾਂਦੀ ਸੀ। ਮੈਂ ਦੇਖਦਾ ਹਾਂ ਲੋਕੀ ਕਈ ਵਾਰੀ ਉਮਰਾਂ ਲੰਘ ਜਾਂਦੀਆਂ ਬਾਣੀ ਪੜ੍ਹਦਿਆਂ, ਗੁਰਦੁਆਰੇ ਆਉਂਦਿਆਂ, ਕੀਰਤਨ ਕਰਦਿਆਂ, ਆਮ ਬੋਲ ਬਾਣੀ ਦੇ ਵਿੱਚ ਗਾਲਾਂ ਤੋਂ ਬਿਨਾਂ ਕੁਝ ਨਹੀਂ ਹੁੰਦਾ ਉਹਨਾਂ ਦੇ ਕੋਲ। ਆਮ ਬੋਲ ਬਾਣੀ ਦੇ ਵਿੱਚ ਜੇ ਬਹੁਤ ਜ਼ਿਆਦਾ ਆ ਤੇ ਇੱਧਰ ਉੱਧਰ ਦੀਆਂ ਗੱਲਾਂ, ਗਾਣੇ, ਹੋਰ ਸਭ ਕੁਝ। ਜੇ ਉਮਰ ਗੁਜ਼ਾਰੀ, ਬੰਦੇ ਨੇ 10 ਸਾਲ ਬਾਣੀ ਪੜ੍ਹਦਿਆਂ ਗੁਜ਼ਾਰ ਦਿੱਤੇ, ਅੱਧੇ ਤੋਂ ਵੱਧ ਉਹਦੀ ਵੋਕੈਬਲਰੀ ਬਾਣੀ 'ਚੋਂ ਆ ਜਾਣੀ ਚਾਹੀਦੀ ਹੈ। ਇਹ ਪ੍ਰਭਾਵ ਹੋਣਾ ਚਾਹੀਦਾ, ਤੇ ਸਾਡੇ ਬਜ਼ੁਰਗਾਂ 'ਚ ਰਿਹਾ। ਉਹ ਪੈਰ ਤੇ ਇਹ ਚੀਜ਼ ਅਸੀਂ ਦੂਜੇ ਨੂੰ ਉਹ ਤੁਕਾਂ, ਉਹ ਪੰਕਤੀਆਂ, ਉਹ ਲਾਈਨਾਂ ਨਹੀਂ ਸੁਣਾਉਂਦੇ। ਐਕਚੁਅਲੀ ਜਿਹੜਾ ਬੰਦਾ ਖੁਦ ਆਪਣੇ ਪੜ੍ਹ ਰਿਹਾ, ਅਲਾਪ ਰਿਹਾ, ਕਿਤੇ ਨਾ ਕਿਤੇ ਅੰਦਰ ਦੀ ਦੁਨੀਆ ਵਿੱਚ ਵੀ ਉਹ ਘਰ ਕਰਦੀ ਏ। ਗੁਰਬਾਣੀ ਇਹ ਕਹਿ ਰਹੀ ਹੈ, ਤੂੰ ਕੀ ਕਰ ਰਿਹਾ ਹੈਗਾ? ਛੋਟੀਆਂ ਛੋਟੀਆਂ ਇੱਕ ਚੀਜ਼ ਦੇ ਉੱਤੇ ਸ਼ਬਦ ਹੀ ਪੜ੍ਹੀਏ। ਮੈਨੂੰ ਯਾਦ ਆ, ਮੈਂ ਕਾਫੀ ਸਾਲ ਪਹਿਲਾਂ ਦੀ ਗੱਲ ਆ, ਮੈਂ ਜੰਮੂ ਕਸ਼ਮੀਰ ਗਿਆ ਸੀਗਾ ਕੁਝ ਛੋਟੇ ਜਿਹੇ ਪ੍ਰੋਗਰਾਮ ਦੇ ਪਾਰਟਿਸਿਪੇਸ਼ਨ ਕਰਨ ਵਾਸਤੇ। ਤੇ ਬੜੇ ਪਿਆਰੇ ਸੱਜਣ ਸੀਗੇ, ਤੇ ਉਹਨਾਂ ਦੇ ਕੋਲ ਮੇਰਾ ਠਹਿਰਾਅ ਸੀਗਾ, ਤੇ ਉਹ ਮੈਨੂੰ ਲੈਣ ਵਾਸਤੇ ਆਏ ਸਟੇਸ਼ਨ ਤੇ। ਤੇ ਉਹ ਜਦੋਂ ਆਏ ਤੇ ਉਹਨਾਂ ਦੇ ਨਾਲ ਉਹਨਾਂ ਦਾ ਡਰਾਈਵਰ ਸੀਗਾ, ਤੇ ਉਹਨੇ ਭੱਜ ਕੇ ਆ ਕੇ ਮੇਰਾ ਬੈਗ ਫੜਿਆ, ਤੇ ਮੈਂ ਕਿਹਾ ਥੈਂਕ ਯੂ, ਆਈ ਵਿਲ ਕੈਰੀ ਮਾਈ ਬੈਗ ਮਾਈ ਸੈਲਫ, ਹੈ ਨਾ, ਇਟਸ ਓਕੇ। ਤੇ ਉਹ ਕਹਿੰਦੇ ਮੈਨੂੰ ਮਜ਼ਾਕ 'ਚ ਕਹਿੰਦੇ ਕੋਈ ਮੋਟਾ ਮਾਲ ਪਾਇਆ ਇਹਦੇ 'ਚ, ਜਿਹੜਾ ਇੰਨਾ ਵੀ ਵਸਾਹ ਨਹੀਂ ਕਰਦੇ। ਉਹਨੇ ਕਿਹਾ ਵੀ ਕਿਹੜੀ ਗੱਲ ਹੈ, ਚਲੋ ਸਾਨੂੰ ਅਲਾਓ ਕਰਦੇ ਇਸ ਤਰੀਕੇ ਨਾਲ। ਮੈਂ ਕਿਹਾ ਨਹੀਂ ਉਹੋ ਜਿਹੀ ਤਾਂ ਕੋਈ ਗੱਲ ਨਹੀਂ ਹੈ। ਕਹਿੰਦੇ ਫਿਰ ਦੇ ਦਿਓ। ਅੱਛਾ, ਦੇ ਦਿੱਤਾ। ਮੈਂ ਕਿਹਾ ਵੀ ਥੋੜ੍ਹਾ ਇਸ ਤਰ੍ਹਾਂ ਹੈਗਾ ਕਿ ਆਪਣਾ ਕੰਮ ਆਪ ਕਰਨ ਦੀ ਆਦਤ ਸ਼ੁਰੂ ਤੋਂ ਇਸ ਕਿਸਮ ਦੀ ਰਹੀ, ਇਸ ਤਰੀਕੇ ਨਾਲ ਹੈ। ਤੇ ਉਹ ਕਹਿੰਦੇ ਹਾਂ ਠੀਕ ਹੈ, ਅਮਰੀਕਾ ਕੈਨੇਡਾ ਤੋਂ ਆ ਰਹੇ ਹੋ, ਐਸਾ ਹੀ ਹੁੰਦਾ ਹੈ, ਉੱਥੇ ਸਭ ਲੋਕ ਆਪਾਂ ਆਪਣਾ ਕੰਮ ਕਰਦੇ, ਤੇ ਇੱਥੇ ਥੋੜ੍ਹੇ ਅਸੀਂ ਲੇਜ਼ੀ ਆ, ਜਾਂ ਇੰਝ ਕਹਿ ਲਓ ਸਸਤੀ ਲੇਬਰ ਆ, ਤੇ ਉਹਦੇ ਕਰਕੇ ਸਾਰਾ ਲੋਕਾਂ ਦੇ ਉਹਨਾਂ ਨੂੰ ਬੋਝ ਚੁਕਾ ਦਿੰਦੇ। ਪਰ ਕਹਿੰਦੇ ਘਬਰਾਉਣ ਦੀ ਲੋੜ ਨਹੀਂ ਹੈ, ਥਾਟ ਇੱਥੋਂ ਹੀ ਗਿਆ, ਆਪਣਾ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀ ਹੈ। ਇੱਕ ਮੈਂ ਕਹਿੰਦਾ 2-2.5 ਮਿੰਟ ਦੀ ਕਨਵਰਸੇਸ਼ਨ 'ਚ ਬੰਦੇ ਨੇ ਇੱਕ ਗੁਰਬਾਣੀ ਦੀ ਪੰਕਤੀ ਬੋਲ ਦਿੱਤੀ, ਤੇ ਬੋਲੀ ਵੀ ਸਹੀ ਵਾਜਬ ਢੰਗ ਨਾਲ। ਫਿਰ ਉਸ ਤੋਂ ਬਾਅਦ ਦੂਸਰਾ, ਫਿਰ ਲਗਾਤਾਰਤਾ ਦੇ ਨਾਲ। ਤੇ ਮੈਨੂੰ ਅਹਿਸਾਸ ਹੋਇਆ, ਮੈਂ ਪੁੱਛਿਆ, ਮੈਂ ਕਿਹਾ ਵੀ ਸ਼ੁਗਲ ਮੇਲਾ ਕੀ ਰੱਖਿਆ? ਕਹਿੰਦੇ ਸ਼ੁਗਲ ਮੇਲਾ ਕੋਈ ਨਹੀਂ। ਸ਼ੁਗਲ ਮੇਲਾ ਵਟ ਕਾਈਂਡ ਆਫ ਵਰਕ? ਐਕਚੁਅਲੀ
ਡੂ ਯੂ ਡੂ ਦੈਟ ਕਾਈਂਡ ਆਫ ਕੁਐਸਚਨ। ਕਹਿੰਦਾ ਉਹ ਕੁਛ ਨਹੀਂ, ਉਹ ਤੇ ਕੰਮਕਾਰ ਆਪਣੇ ਆਪ ਚੱਲਦੇ ਨੇ। ਆਪਣਾ ਸ਼ੁਗਲ ਮੇਲਾ ਤੇ ਇੱਕ ਹੀ ਹੈ, ਬਾਣੀ ਸੁਣਨੀ, ਬਾਣੀ ਪੜ੍ਹਨੀ ਤੇ ਬਾਣੀ ਦੇ ਵਾਲੇ ਜੀਵਨ ਵਾਲੇ ਪਾਸੇ ਜਾਣਾ। ਬਾਕੀ ਕਹਿੰਦੇ ਬਹੁਤ ਕੁਛ, ਸਾਰਾ ਕੁਛ ਹੈ ਉਸ ਰੂਪ ਦੇ ਵਿੱਚ, ਮੁਸ਼ੱਕਤਾਂ ਵੀ ਕੀਤੀਆਂ ਪਹਿਲੇ, ਪਰ ਉਸ ਤੋਂ ਬਾਅਦ ਸਭ ਆਪਣੇ ਆਪ ਚੱਲ ਰਿਹਾ। ਸੋ ਇੱਕ ਤਰ੍ਹਾਂ ਦਾ ਅਹਿਸਾਸ ਆ ਗਿਆ ਕਿ ਇਹ ਜੀਵਨ ਜਿਹੜਾ ਆ ਇੱਕ ਉਸ ਪਾਸੇ ਨੂੰ ਰਿਫਲੈਕਟ ਕਰ ਰਿਹਾ ਹੈਗਾ। ਤੇ ਸਾਡੀ ਸਾਰਿਆਂ ਦੀ ਬੀਇੰਗ ਏ ਸਿੱਖ, ਇਹੀ ਸਾਡੀ ਜਰਨੀ ਹੈ। ਸਾਡੇ ਵਾਸਤੇ ਕੋਈ ਹੋਰ ਰੱਬ ਤੇ ਲੱਭਣਾ ਨਹੀਂ, ਅਸੀਂ ਕਿਤੇ ਜਾ ਕੇ ਜੋਗੀਆਂ ਸਿੱਧਾਂ ਜਾਂ ਹੋਰ ਤਰੀਕੇ ਦੇ ਨਾਲ, ਨਾ ਅਸੀਂ ਕੋਈ ਸਵਰਗ ਨਰਕ ਦੀ ਖਾਸ਼ ਰੱਖਦੇ ਹਾਂ। ਬੀਇੰਗ ਏ ਸਿੱਖ ਸਾਨੂੰ ਤੇ ਸਿਖਾਇਆ ਗਿਆ, ਆਪਣਾ ਆਸ਼ਾ ਇਹ ਰੱਖੀ, ਆਇਓ ਸੁਣਨ ਪੜਨ ਕੋ ਬਾਣੀ। ਸਾਨੂੰ ਤੇ ਆਸ਼ਾ ਹੈ ਕਿਹਾ ਗਿਆ, ਆਓ ਸਿੱਖ ਸਤਿਗੁਰ ਕੇ ਪਿਆਰਿਓ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਓ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਬਸ ਇਹ ਚੀਜ਼ ਆ, ਇੱਕ ਥਾਟ ਪ੍ਰੋਸੈਸ ਦੇ ਨਾਲ ਸਾਨੂੰ ਜੋੜਤਾ ਤੇ ਉਹਨਾਂ ਨੂੰ ਕਿਹਾ ਸਿੱਧੇ ਤੌਰ ਤੇ ਸਾਹਿਬ ਮਹਾਰਾਜ ਨੇ ਬਿਆਨ ਕੀਤਾ, ਹਰ ਗੁਣ ਗਾਵੇ ਸ਼ਬਦ ਸੁਹਾਏ, ਮਿਲ ਪ੍ਰੀਤਮ ਸੁਖ ਪਾਵਣਿਆ। ਇਹੀ ਉਹਦਾ ਪ੍ਰੀਤਮ ਆ ਇਹਦੇ ਵਿੱਚ ਹੀ। ਤੇ ਸਾਡੇ ਪਰਸਨੈਲਿਟੀਜ਼ ਤੁਸੀਂ ਦੇਖੋ, ਪਿਛਲੇ ਸਮੇਂ ਵਿੱਚ ਦੇਖੋ, ਉਸ ਤੋਂ ਪਿੱਛੇ ਦੇਖੋ, ਤੁਹਾਨੂੰ ਸਾਰੇ ਜਿਹੜੇ ਬਾਣੀ ਨਾਲ ਇਤਨੇ ਅੰਗੇਜ ਹੈਗੇ ਨੇ, ਜੀਵਨ ਦਾ ਦੁੱਖ ਸੁੱਖ ਹਰ ਚੀਜ਼ ਚੜ੍ਹਦੀ ਕਲਾ। ਅਗਲਾ ਬਚਨ ਆ ਰਿਹਾ ਇਹਦੇ ਚ, ਜਮ ਜਾਗਾਤੀ ਦੂਜੇ ਭਾਏ ਕਰ ਲਾਏ। ਜਮ ਜਾਗਾਤੀ, ਜਮਾਂ ਦੀ ਜਿਹੜੀ ਜਾਗਾਤ ਆ, ਜਿਹੜਾ ਜਮ ਟੈਕਸ ਲਾਉਣ ਵਾਲਾ ਆ, ਮਸੂਲੀ ਕਰਨ ਵਾਲਾ ਆ, ਉਹ ਬੜਾ ਵੱਡਾ ਟੈਕਸ ਲਾਉਂਦਾ ਆ। ਹੁਣ ਜਮ, ਲੋਕੀ ਕਹਿੰਦੇ ਮਰਨ ਤੋਂ ਬਾਅਦ ਇੱਕ ਦੂਤ ਆਉਂਦਾ ਆ ਮੌਤ ਦਾ, ਉਹਨੂੰ ਜਮ ਕਿਹਾ ਗਿਆ ਆ। ਗੁਰਬਾਣੀ ਇਹ ਕਹਿੰਦੀ ਹੈ ਵੀ ਜਿਉਂਦੇ ਜਮ ਵੀ ਸਾਨੂੰ ਚੰਬੜੇ ਨੇ। ਅਸੀਂ ਤੇ ਸ਼ਬਦ ਪੜ੍ਹਦੇ ਹਾਂ, ਪ੍ਰਭ ਸੁਆਮੀ ਕੰਤ ਵਿਹੋਣੀਆਂ, ਮੀਤ ਸੱਜਣ ਸਭ ਜਾਮ। ਜਿਉਂਦੇ ਜਮ ਕਿਹੜੇ ਨੇ? ਸਭ ਤੋਂ ਵੱਡੇ ਜਮ ਤੇ ਨੇ ਸਾਡੀਆਂ ਮਾੜੀਆਂ ਆਦਤਾਂ, ਵਕਾਰ। ਕਿਸੇ ਨੂੰ ਕ੍ਰੋਧ ਹੈ, ਕਿਸੇ ਨੂੰ ਲੋਭ ਹੈ, ਕਿਸੇ ਨੂੰ ਮੋਹ ਹੈ, ਕਿਸੇ ਨੂੰ ਹੰਕਾਰ ਹੈ, ਕਿਸੇ ਨੂੰ ਤ੍ਰਿਸ਼ਨਾ ਹੈ, ਕਿਸੇ ਨੂੰ ਈਰਖਾ ਹੈ, ਕਿਸੇ ਨੂੰ ਦੁਐਖ ਹੈ। ਇਹ ਜਮ ਹੀ ਨੇ ਤੇ ਕੁੱਟ ਰਹੇ ਨੇ। ਜਗਾਤ ਲੱਗੀ ਹੈ, ਭਾਵ ਟੈਕਸ ਪੇ ਕਰ ਰਹੇ ਆ। ਬੰਦਾ ਕਿਸੇ ਸਾੜੇ ਵਿੱਚ, ਕਿਸੇ ਗੁੱਸੇ 'ਚ ਸਾਰੀ ਰਾਤ ਸੋ ਨਹੀਂ ਪਾਇਆ, ਸਾਰੀ ਰਾਤ ਦੀ ਨੀਂਦ ਉਹ ਟੈਕਸ 'ਚ ਵਸੂਲ ਕਰਕੇ ਲੈ ਗਿਆ। ਸੱਚਾਈ ਇਹ ਹੈ, ਇੱਕ ਲੈਵਲ ਬੰਦੇ ਦਾ ਕਈ ਵਾਰ ਐਸਾ ਵੀ ਹੁੰਦਾ ਹੈ, ਮੇਰੇ ਤੋਂ ਕੋਈ $50,000 ਵੀ ਲੈ ਲੇ ਪਰ ਮੈਨੂੰ ਨੀਂਦ ਆ ਜਾਏ। ਕਿੱਡੀ ਵੱਡੀ ਚੀਜ਼ ਮੇਰੇ ਕੋਲੋਂ ਲੈ ਗਿਆ ਕੋਈ, ਦਿਨ ਦਾ ਚੈਨ। ਇਹ ਸਭ ਚੀਜ਼ਾਂ, ਇਹ ਜਗਾਤ ਆ, ਅਸੀਂ ਪੇ ਕਰ ਰਹੇ ਹਾਂ। ਸ਼ਬਦ ਦੇ ਜ਼ਰੀਏ ਅਸੀਂ ਉਹ ਦੂਜਾ ਭਾਏ, ਜੀਵਨ ਦੇ ਸਹੀ ਰਾਹ ਦੀ ਬਜਾਏ ਜਿਹੜਾ ਗਲਤ ਰਾਹ ਚੂਜ਼ ਕੀਤਾ, ਉਹਦੇ ਤੋਂ ਬਾਹਰ ਆ ਕੇ ਸਹੀ ਡਾਇਰੈਕਸ਼ਨ 'ਚ ਫਿਰ ਆ ਸਕਦੇ ਹਾਂ। ਸਭ ਕਹਿੰਦੇ ਉਹਦੇ ਸਦਕਾ ਤੁਸੀਂ ਜਮਾਂ ਦੀ ਜਗਾਤ, ਇਹੋ ਜਿਹਾ ਟੈਕਸ ਪੇ ਕਰਨ ਤੋਂ ਬਚ ਜਾਓਗੇ। ਨਹੀਂ ਬਚਣਾ ਚਾਹੁੰਦੇ, ਮੈਂਟਲੀ, ਫਿਜ਼ੀਕਲੀ, ਸਪਿਰਿਚੁਅਲੀ ਹੈਲਦੀ ਲਾਈਫ ਨਹੀਂ ਚਾਹੁੰਦੇ, ਆਇਆ ਕਿਆ ਜਮ ਜਾਗਾਤੀ ਦੂਜੇ ਭਾਏ ਕਰ ਲਾਏ। ਫਿਰ ਕਿਆ ਨਾਮੋਂ ਭੁੱਲੇ ਦੇ ਸਜਾਏ। ਜਿਨ੍ਹਾਂ ਨੂੰ ਨਾਮ ਭੁੱਲ ਗਿਆ, ਆਪਣੀ ਅਸਲ ਹੋਣ ਤੇ ਕਰਤਾਰ ਦੀ ਯਾਦ ਭੁੱਲ ਗਈ, ਸਭ ਕਹਿੰਦੇ ਸੱਚੀ ਗੱਲ ਇਹ ਹੈ, ਉਹਨੂੰ ਸਜ਼ਾ ਮਿਲੇਗੀ। ਤੇ ਇਹ ਮਦਰ ਨੇਚਰ ਦਾ ਲਾ ਆ। ਘੜੀ ਮੁਹਤ ਕਾ ਲੇਖਾ ਲੇਵੈ, ਰਤਿਓਂ ਮਾਸਾ ਤੋਲ ਕਢਾਵਣਿਆ। ਇਹ ਕੁਦਰਤ ਦਾ ਨਿਯਮ ਆ। ਇੱਕ ਇੱਕ ਸਾਹ, ਇੱਕ ਇੱਕ ਪਲ, ਇੱਕ ਇੱਕ ਘੜੀ ਜਿਹੜੀ ਅਸੀਂ ਜੀਵਨ ਦੀ ਗੁਜ਼ਾਰ ਰਹੇ ਹਾਂ, ਕੁਝ ਨਾ ਕੁਝ ਬੀਜ ਰਹੇ ਹਾਂ ਆਪਣੇ ਜੀਵਨ ਵਿੱਚ, ਆਪਣੇ ਮਨ ਵਿੱਚ, ਆਪਣੇ ਅੰਦਰ ਦੀ ਦੁਨੀਆ ਦੇ ਵਿੱਚ, ਤੇ ਉਹਦੇ ਸਦਕਾ ਆਪਣੇ ਵਿਹਾਰ ਕਿਰਦਾਰ ਤੇ ਉਹਦੇ ਨਾਲ ਬਾਹਰਲੀ ਦੁਨੀਆ ਵਿੱਚ। ਤੇ ਬੰਦਾ ਇਹ ਕਹੇ ਕਿ ਮੈਂ ਜੋ ਅੰਦਰ ਬੀਜਿਆ, ਤੇ ਅੰਦਰ ਬੀਜੇ ਦਾ ਜਿਹੜਾ ਫਲ ਬਾਹਰ ਵੰਡਿਆ ਆ, ਇਹ ਐਲੀਮੀਨੇਟ ਹੋ ਜਾਏਗਾ, ਕਦੀ ਨਹੀਂ ਹੋਏਗਾ। ਇਹ ਐਕਚੁਅਲੀ ਸਾਰਾ ਆਪ ਹੀ ਚੁਗਣਾ ਪੈਣਾ ਸਾਨੂੰ, ਤੇ ਇਹਦਾ ਲੇਖਾ ਮੰਗਿਆ ਜਾਏਗਾ, ਇੱਕ ਇੱਕ ਚੀਜ਼ ਦਾ ਲੇਖਾ। ਗੁਰੂ ਬਾਬਾ ਜੀ ਨੇ ਇੱਥੇ ਬਿਆਨ ਕੀਤਾ, ਸਾਹਿਬ ਕਹਿੰਦੇ ਚੇਤੇ ਰੱਖੀ, ਘੜੀ ਮੁਹਤ ਕਾ ਲੇਖਾ ਲੇਵੈ। ਇੱਕ ਇੱਕ ਘੜੀ, ਇੱਕ ਇੱਕ ਮਹੂਰਤ ਦਾ। ਤੇ ਕਿਵੇਂ ਲਏਗਾ? ਰਤੀਓਂ ਮਾਸਾ ਤੋਲ ਕਢਾਵਣਿਆ। ਰਤੀਓਂ ਮਾਸਾ, ਜਿਵੇਂ ਸੁਨਿਆਰੇ ਦੀ ਦੁਕਾਨ ਤੇ ਜਾਂਦੇ ਹੋ ਨਾ, ਤੇ ਉਹ ਬਿਲਕੁਲ ਰਤੀ ਮਾਸੇ, ਛੋਟੇ ਤੋਂ ਛੋਟਾ ਹਿੱਸਾ ਵੀ ਤੋਲ ਕੇ ਵਿੱਚੋਂ ਕੱਢ ਦਿੰਦਾ, ਵੀ ਇੰਨਾ ਘਟਦਾ, ਇੰਨਾ ਵੱਧਦਾ, ਸਾਰੇ ਦਾ ਸਾਰਾ। ਗੁਰੂ ਸਾਹਿਬ ਇਹਦੇ ਬਾਰੇ ਅਵੇਅਰ ਕਰਕੇ ਸਾਨੂੰ ਕਹਿੰਦੇ, ਸੁੱਤਿਆਂ ਹੋਇਆਂ ਜੀਵਨ ਨਾ ਬਤੀਤ ਕਰੀ। ਕਿਉਂਕਿ ਜਿਹੜੀ ਬਾਤ ਅੱਗੇ ਸ਼ੁਰੂ ਹੋਈ ਸੀ ਨਾ, ਜਿਹੜੀ ਮੈਂ ਕਹਿ ਰਿਹਾ ਸੀਗਾ ਕਿ ਇਸ ਗੁਫਾ ਮੈਂ ਇੱਕ ਥਾਨ ਸੁਹਾਇਆ, ਅਵੇਅਰਨੈਸ ਨਾਲ ਜੀਵਨ ਜੀ। ਜੇ ਅਵੇਅਰ ਆ, ਹਰ ਪਲ ਸਹੀ ਰੂਪ ਵਿੱਚ ਜੀਏਗਾ, ਉਹ ਜਿਹੜੇ ਲੇਖੇ ਦੇਣੇ ਨੇ ਸੌਖੇ ਹੋ ਜਾਣਗੇ। ਅਦਰਵਾਈਜ਼ ਬੰਦੇ ਕੋਲੋਂ ਇਹ ਸਭ, ਉਹਦਾ ਜ਼ਮੀਰ ਜਿਹੜਾ ਆ, ਉਹ ਚੀਜ਼ਾਂ ਦੀ ਪੁੱਛ ਪੜਤਾਲ ਕਰਦਾ ਆ। ਇਹ ਸਾਹਿਬ ਮਹਾਰਾਜ ਇਹਨਾਂ ਸ਼ਬਦਾਂ ਸਾਨੂੰ ਬਿਆਨ ਕਰਦੇ। ਅਗਲੇ ਬਚਨ 'ਚ ਥੋੜਾ ਹੋਰ ਵਿਸਥਾਰ ਆ, ਜਿਹਦੀ ਬਾਤ ਆਉਂਦੇ ਕੱਲ ਪਾਵਾਂਗੇ। ਅੱਜ ਵਾਸਤੇ ਸਮਾਂ ਸਮਾਪਤ ਆ। ਭੁੱਲਾਂ ਗਲਤੀਆਂ ਨਾ ਚਤਾਰਿਓ ਜੇ, ਸਭ ਪ੍ਰੇਮ ਕਹਿ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।